बाजरे दा सिट्टा वे असां तली ते मरोड़िया रुठड़ा जांदा माइया इस फिल्म ਦੇ ਵਿੱਚ ਸਿੰਗਿੰਗ ਦੀ ਗੱਲ ਹੈ ਕਿ ਗਾਣਾ ਗਾਉਂਦੀ ਹੈ ਪਰ ਨਹੀਂ ਗਾ ਸਕਦੀ ਸੋ ਉਸ ਚੀਜ਼ ਨੂੰ ਕਿੱਦਾਂ ਲੱਗਾ ਕਿੱਦਾਂ ਕਿ ਉਹ ਕੁੜੀਆਂ ਕਿੱਦਾਂ ਫੇਸ ਕਰਦੀਆਂ ਹੋਣਗੀਆਂ ਉਸ ਚੀਜ਼ ਨੂੰ ਘਰ ਵੇਖਣਾ ਪਿਆਰ ਹੈ ਮਿਲ ਵਰਤ ਰਹੇ ਬੁਝਾਰਤਾਂ ਪਾ ਰਹੇ ਫੈਮਿਲੀ ਨੂੰ ਟਾਈਮ ਦੇ ਰਹੇ ਰਾਤੀ ਨਾਨੀਆਂ ਦਾਦੀਆਂ ਨਾਲ ਸੋ ਰਹੇ ਉਹ ਉਹਦੇ ਵਰਗੀ ਲਾਈਫ ਵੀ ਕੋਈ ਨਹੀਂ ਉਹਦੀ ਰੀਸ ਵੀ ਨਹੀਂ ਹੈ ਉਹ ਦੁਬਾਰਾ ਹੋ ਵੀ ਨਹੀਂ ਸਕਦੀ ਉਹ ਅਲੱਗ ਦੁੱਖ ਹੈ ਕਿ ਮੇਰਾ ਘਰ ਲਾ ਵੀ ਯਾਰ ਮੈਨੂੰ ਬੋਲ ਗਿਆ ਤੀਜਾ ਉਹ ਆਪਣੇ ਘਰ 'ਚ ਗਾ ਰਹੀ ਉਹਨੂੰ ਉੱਥੇ ਗਾ ਵੀ ਨਹੀਂ ਸਕਦੀ ਉਹ ਅਲੱਗ ਦੁੱਖ ਹੈ ਹੁਣ ਇੰਨਾ ਸਾਰਾ ਕੁਝ ਹੈ ਉਸ ਕੁੜੀ ਦੇ ਮਾਈਂਡ 'ਚ ਪਰ ਬੋਲਣਾ ਇੱਕ ਵਰਡ ਨਹੀਂ ਤਾਨੀਆ ਦਾ ਸਫ਼ਰ ਬਾਜੇ ਦੇ ਸਿੱਟੇ ਤੱਕ ਕਿਸ ਤਰ੍ਹਾਂ ਦਾ ਰਿਹਾ ਬਾਜੇ ਦਾ ਸਿੱਟੇ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ ਕਿਸ ਤਰ੍ਹਾਂ ਮੁਲਾਕਾਤ ਹੋਈ आई थिंक मेरा सफ़र बहुत ही प्यारा रहा बाजे दे सिट्टे तक का बहुत प्यारा बहुत डिफिकल्ट बट बहुत प्यारा ਫਿਲਮ ਦੀ ਗੱਲ ਕਰ ਰਹੇ ਨੇ ਲੁੱਕ ਬਹੁਤ ਵੱਖਰੀ ਹੈ ਮੀਨਾ ਕੁਮਾਰੀ ਵਾਲੀ ਲੁੱਕ ਆ ਰਹੀ ਹੈ ਜੋ ਸਾਰੇ ਕਹਿ ਰਹੇ ਨੇ ਤਾਨੀਆ ਦਾ ਕੈਰੈਕਟਰ ਕਿਸ ਤਰ੍ਹਾਂ ਆਇਆ ਦਿਮਾਗ 'ਚ ਕਿ ਹਾਂ ਅਸੀਂ ਤਾਨੀਆ ਨੂੰ ਇਸ ਫਿਲਮ ਦੇ ਵਿੱਚ ਕਰ ਸਕਦੇ ਕਹਿੰਦੇ ਜੀ ਤੁਸੀਂ ਕਿਸਮਤ ਦੇਖੀ ਮੈਂ ਕਿਹਾ ਹਾਂ ਮੈਂ ਕਿਹਾ ਅੱਛਾ ਉਹ ਕੁੜੀ ਮੈਂ ਕਿਹਾ ਉਹ ਕੁੜੀ ਬਹੁਤ ਵਧੀਆ ਯਾਰ ਉਹਨੂੰ ਮਿਲਦੇ ਆ ਕਹਿੰਦੇ ਚਲੋ ਜੀ ਉਹ ਕਾਮਾ ਹੋਟਲ 'ਚ ਰੁਕੀ ਹੋਈ ਆਪਾਂ ਉੱਥੇ ਮਿਲਦੇ ਮਿਲਣ ਗਿਆ ਕੁੜੀ ਅੰਦਰੋਂ ਨਿਕਲੀ ਕੁੜੀ ਤਾਂ ਪੂਰੀ ਮੇਮ ਮੈਂ ਸੋਚਿਆ ਕੋਈ ਪਿੰਡੂ ਦੀ ਕੁੜੀ ਹੋਣੀ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਨਵਜੋਤ ਕੌਰ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਫਿਲਮ ਆ ਰਹੀ ਹੈ ਬਾਜਰੇ ਦਾ ਸਿੱਟਾ ਕਾਫੀ ਇੰਤਜ਼ਾਰ ਹੈ ਵੈਸੇ ਫਿਲਮ ਨੂੰ ਲੈ ਕੇ ਤੇ ਖਾਸ ਕਰਕੇ ਉਦੋਂ ਜਦੋਂ ਉਸ ਦੇ ਵਿੱਚ ਸੁਣਦਾ ਯਾਰ ਤਾਨੀਆ ਹੈਗੀ ਹੈ ਫਿਲਮ ਦੇ ਵਿੱਚ ਤੇ ਐਮਏ ਵਿਰਕ ਹੈ ਸੋ ਇੰਤਜ਼ਾਰ ਨਹੀਂ ਕਰਾਉਂਦੇ ਜ਼ਿਆਦਾ ਗੱਲਾਂ ਕਰਨ ਦਾ ਫਾਇਦਾ ਨਹੀਂ ਹੈ ਕਿਉਂਕਿ ਜਦੋਂ ਸਾਡੇ ਲੱਗੇ ਤਾਨੀਆ ਹੈ ਸੋ ਫਿਰ ਤਾਨੀਆ ਨਾਲ ਗੱਲਾਂ ਬਾਤਾਂ ਕਰ ਲੈਣੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਤਾਨੀਆ ਦਾ ਤਾਨੀਆ ਬਹੁਤ ਬਹੁਤ ਸਵਾਗਤ थैंक यू जी सत श्री अकाल ਕੀ ਹਾਲ ਚਾਲ ਹੈ बहुत वधिया ਬਹੁਤ ਸੋਹਣੇ ਲੱਗ ਰਹੇ थैंक यू ਤਾਨੀਆ ਮੇਰਾ ਪਹਿਲਾ ਸਵਾਲ ਇਹ ਹੋਇਆ ਕਿ ਤਾਨੀਆ ਦਾ ਪੂਰਾ ਨਾਮ ਕੀ ਹੈ ਕਿਉਂਕਿ ਅਸੀਂ ਇੰਸਟਾ ਤੇ ਵੀ ਦੇਖਿਆ ਤਾਨੀਆਸ ਵਰਲਡ ਨੇ ਜਾਂ ਅਲੱਗ-ਅਲੱਗ ਕਦੀ ਤਾਨੀਆ ਦਾ ਪੂਰਾ ਨਾਮ ਨਹੀਂ ਪਤਾ ਕਿਸੇ ਨੂੰ मेरे पासपोर्ट पे भी नहीं लिखा मेरे किसी आइडेंटिटी पे भी नहीं लिखा सो आई हैव केप्ट दैट स्पेस एम्प्टी आई थिंक कि नाम बनाओ बस नाम बनाओ तो मैं तानिया बनाना सी मैं बनाता ਬਿਲਕੁਲ ਹੋਰ ਤਾਨੀਆ ਅਗਰ ਫਿਲਮ ਦੀ ਗੱਲ ਕਰ ਲਈਏ ਬਾਜੇ ਦਾ ਸਿੱਟਾ ਬਹੁਤ ਸੋਹਣਾ ਕਨਸੈਪਟ ਬੜੀ ਅਲੱਗ ਜਿਹੇ ਤਰੀਕੇ ਨਾਲ ਇਹਨੂੰ ਪ੍ਰੈਜ਼ੈਂਟ ਕੀਤਾ ਤੁਹਾਡੇ ਰੋਲ ਦੀ ਗੱਲ ਕਰ ਲਈਏ ਤੁਸੀਂ ਇਸ ਤੋਂ ਪਹਿਲਾਂ ਵੀ ਜਿਹੜੇ ਕਿਰਦਾਰ ਨਿਭਾਏ ਨੇ ਪਿੰਡ ਦੀ ਕੁੜੀ ਸਾਊ ਜੀ ਜਦੋਂ ਸੁਫਨਾ ਦੀ ਗੱਲ ਕਰੀਏ ਜਾਂ ਹੋਰ ਵੀ ਕਈ ਕਿਰਦਾਰ ਤੁਸੀਂ ਹਾਲਾਂਕਿ ਕਈ ਫਿਲਮਾਂ ਦੇ ਵਿੱਚ ਆਪਣੇ ਆਪ ਨੂੰ ਅਲੱਗ ਤਰੀਕੇ ਨਾਲ ਦਿਖਾਇਆ ਲੇਕਿਨ ਤੁਹਾਨੂੰ ਕਿਹੜਾ ਰੋਲ ਜ਼ਿਆਦਾ ਪਸੰਦ ਆਉਂਦਾ ਹੈ ਐਜ਼ ਅ ਵਿਊਅਰ ਦੇਖਿਆ ਜਾਵੇ ਤਾਂ ਕਿ ਤਾਨੀਆ ਜਿਸ ਦੇ ਵਿੱਚ ਤੁਹਾਨੂੰ ਸੈੱਟ ਬੈਠੇ ਕਿ ਹਾਂ ਆਹ ਤਾਨੀਆ ਲਈ ਪਰਫੈਕਟ ਆ ਮੈਂ ਨਹੀਂ ਵੇਖਦੀ ਵੀ ਕੀ ਚੀਜ਼ ਪਰਫੈਕਟ ਹੈ ਇਨਫੈਕਟ ਜਿਹੜੀ ਚੀਜ਼ ਮੈਨੂੰ ਬਹੁਤ ਅਨਕੰਫਰਟੇਬਲ ਕਰਦੀ ਹੈ ਨਾ ਮੈਨੂੰ ਉਹ ਜ਼ਿਆਦਾ ਪਸੰਦ ਆਉਂਦੀ ਹੈ ਕਿਉਂਕਿ ਜੇ ਮੈਂ ਐਜ਼ ਤਾਨੀਆ ਹੀ ਔਨ ਸਕਰੀਨ ਜਾਊਂਗੀ ਤੇ ਕਿਉਂ ਬਾਰ-ਬਾਰ ਕੋਈ ਮੈਨੂੰ ਵੇਖੇਗਾ ਮੈਨੂੰ ਉਹ ਕਰੈਕਟਰ ਬਣ ਕੇ ਜਾਣਾ ਜੋ ਮੇਰੇ ਰਾਈਟਰ ਨੇ ਲਿਖਿਆ ਹੈ ਜੋ ਮੇਰਾ ਡਾਇਰੈਕਟਰ ਮੈਨੂੰ ਬਣਾ ਰਿਹਾ ਹੈ ਸੋ ਉਹ ਚੀਜ਼ਾਂ ਜਦੋਂ ਤੁਹਾਨੂੰ ਚੈਲੰਜ ਕਰਦੀਆਂ ਆਈ ਥਿੰਕ ਉਹਦੇ 'ਚ ਸਵਾਦ ਆਉਂਦਾ ਦੈਟ ਇਜ਼ ਵਾਈ ਵੀ ਆਰ ਐਕਟਰਸ ਮੈਂ ਪਰਸਨਲੀ ਇੱਕ ਵਰਗੀ ਨਹੀਂ ਰਹਿ ਸਕਦੀ ਹਮੇਸ਼ਾ ਮੈਨੂੰ ਚੇਂਜ ਬਹੁਤ ਜ਼ਰੂਰੀ ਹੈ ਸੋ ਮੇਰੇ ਕਰੈਕਟਰਸ ਚੇਂਜ ਹੁੰਦੇ ਰਹਿੰਦੇ ਜਿਵੇਂ ਲੇਖ ਦੇ ਵਿੱਚ ਇੱਕ ਫਿਲਮ 'ਚ ਅਸੀਂ 2 ਪਾਰਟ 'ਚ ਡਿਵਾਈਡ ਕੀਤਾ ਸੀ ਪਹਿਲੇ ਸਕੂਲ ਗੋਇੰਗ ਐਂਡ ਦੈਨ ਅ ਮੈਚੁਰ ਲੇਡੀ ਸੋ ਉਹ ਵੀ ਚੈਲੰਜਿੰਗ ਸੀ ਹੁਣ ਇਹ ਜਿਹੜਾ ਰੋਲ ਹੈ ਜਿਵੇਂ ਬਾਜਰੇ ਦੇ ਸਿੱਟੇ ਦੀ ਗੱਲ ਕਰਾਂ ਰੂਪ ਦਾ ਜਿਹੜਾ ਰੋਲ ਹੈ ਉਹ ਪਿਛਲੇ ਟਾਈਮ ਦੀ ਇੱਕ ਜਨਰੇਸ਼ਨ ਗੈਪ ਹੈ ਉਸ ਟਾਈਮ ਦੀ ਕੁੜੀ ਹੈ ਹੁਣ ਅੱਜ ਦੇ ਟਾਈਮ 'ਚ ਅਸੀਂ ਵਰਕਿੰਗ ਆ ਅਸੀਂ ਬਾਹਰ ਜਾਂਦੇ ਹਾਂ ਗੱਲਬਾਤ ਕਰਨੇ ਵੀ ਆ ਕੌਨਫੀਡੈਂਟ ਸਾਨੂੰ ਪਤਾ ਕਿਵੇਂ ਗੱਲ ਕਰਨੀ ਹੈ ਉਸ ਟਾਈਮ 'ਤੇ ਕੁੜੀਆਂ ਘਰੇ ਰਹਿੰਦੀਆਂ ਸੀ ਅਤੇ ਇਨਫੈਕਟ ਆਪਣੇ ਚਾਚੇ ਨਾਲ ਆਪਣੇ ਡੈਡੀ ਨਾਲ ਗੱਲ ਕਰਨ ਲੱਗਿਆ ਵੀ ਉਹਨਾਂ ਨੂੰ ਇੱਕ ਝਿਜਕ ਹੁੰਦੀ ਸੀ ਅਤੇ ਉਹ ਚੀਜ਼ ਤੁਹਾਡੀ ਬੋਡੀ 'ਚ ਹੁੰਦੀ ਹੈ ਉਹ ਬੋਲਣ ਲੱਗਿਆ ਤੁਹਾਨੂੰ 100 ਵਾਰੀ ਸੋਚਣਾ ਪੈਂਦਾ ਵੀ ਕਿਵੇਂ ਕੈਸਾ ਉਹ ਟੋਟਲ ਡਿਫਰੈਂਟ ਹੈ ਕਰੈਕਟਰ ਦੈਨ ਵਾਟ ਆਈ ਐਮ ਟੂਡੇ ਔਰ ਮੇਰੀ ਜਨਰੇਸ਼ਨ ਦੀਆਂ ਜੋ ਕੁੜੀਆਂ ਨੇ ਉਸ ਜਨਰੇਸ਼ਨ ਦੀ ਕੁੜੀਆਂ ਤੋਂ ਬਹੁਤ ਡਿਫਰੈਂਟ ਨੇ ਸੋ ਉਹ ਚੀਜ਼ ਆਪਣੇ ਅੰਦਰ ਵਸਾਉਣੀ ਸੀ ਰੂਪ ਦਾ ਕਰੈਕਟਰ ਕਰਨ ਲਈ ਸੋ ਆਫ ਕੋਰਸ ਔਖਾ ਵੀ ਸੀ ਮਿਹਨਤ ਵੀ ਲੱਗੀ ਐਂਡ ਬਾਕੀ ਤੁਸੀਂ ਵੇਖ ਕੇ ਦੱਸਣਾ ਕਿਵੇਂ ਦਾ ਕੀਤਾ ਬਿਲਕੁਲ ਹੁਣ ਅਗਰ ਕਰੈਕਟਰ ਦੀ ਗੱਲ ਕਰ ਲਈਏ ਤੁਸੀਂ ਕਿਹਾ ਕਿ ਉਸ ਟਾਈਮ ਦਾ ਕਰੈਕਟਰ ਜਿੱਥੇ ਝਿਜਕ ਹੁੰਦੀ ਸੀ ਆਪਣੇ ਪਿਤਾ ਨਾਲ ਗੱਲ ਹਰ ਚੀਜ਼ ਦੀ ਸੋ ਤਾਨੀਆ ਤੁਸੀਂ ਉਹ ਚੀਜ਼ ਨੂੰ ਜਿਉਆ ਹੈ ਜੋ ਅਸਲ ਦੇ ਵਿੱਚ ਜਿੱਦਾਂ ਕੁੜੀਆਂ ਨਾਲ ਹੁੰਦਾ ਸੀ ਕਿਉਂਕਿ ਉਸ ਟਾਈਮ ਤਾਂ ਕਹਿੰਦੇ ਨਾ ਕਿ ਸਿਰ ਤੋਂ ਚੁੰਨੀ ਲਾਉਣਾ ਵੀ ਗੁਨਾਹ ਹੁੰਦਾ ਸੀ ਸੋ ਉਸ ਚੀਜ਼ ਨੂੰ ਜੋ ਤੁਸੀਂ ਜਿਉਆ ਕਿੰਨੀ ਕੁੱਟਣੀਆਂ ਕਿੱਦਾਂ ਦਾ ਲੱਗਾ ਕਿ ਉਹ ਕੁੜੀਆਂ ਕਿਸ ਤਰ੍ਹਾਂ ਫੇਸ ਕਰਦੀਆਂ ਹੋਣਗੀਆਂ ਕਈ ਚੀਜ਼ਾਂ ਸੁਪਨੇ ਮਾਰਨੇ ਜਾਂ ਆਪਣੀ ਕਿਉਂਕਿ ਤੁਸੀਂ ਇਸ ਫਿਲਮ ਦੇ ਵਿੱਚ ਸਿੰਗਿੰਗ ਦੀ ਗੱਲ ਹੈ ਕਿ ਗਾਣਾ ਗਾਉਂਦੀ ਹੈ ਪਰ ਨਹੀਂ ਗਾ ਸਕਦੀ
ਸੋ ਉਸ ਚੀਜ਼ ਨੂੰ ਕਿੱਦਾਂ ਲੱਗਾ, ਕਿੱਦਾਂ ਕਿ ਉਹ ਕੁੜੀਆਂ ਕਿੱਦਾਂ ਫੇਸ ਕਰਦੀਆਂ ਹੋਣਗੀਆਂ ਉਸ ਚੀਜ਼ ਨੂੰ? ਮੈਨੂੰ ਨਾ ਪੋਜ਼ਿਟਿਵ ਨੈਗੇਟਿਵ ਦੋਨੇ ਲੱਗੇ। ਪੋਜ਼ਿਟਿਵ ਮੈਨੂੰ ਲੱਗਾ ਯਾਰ ਟੈਨਸ਼ਨ ਨਹੀਂ ਜ਼ਿੰਦਗੀ ਦੀ ਕੋਈ ਨਹੀਂ, ਸਵੇਰੇ ਉੱਠੋ ਰੋਟੀ ਬਣਾਓ ਖਾ ਲਓ, ਸ਼ਾਮੀ ਰੋਟੀ ਬਣਾਓ ਸੋ ਜਾਓ, ਘਰ ਦੇ ਕੰਮ ਵੇਖੇ ਮਜ਼ੇ, ਕੋਈ ਬਾਹਰ ਦੀ ਟੈਨਸ਼ਨ ਨਹੀਂ। ਵੱਡੇ ਘਰ ਦੇ ਬੈਠੇ ਉਹਨਾਂ ਨੇ ਆਪੇ ਬਾਹਰ ਦਾ ਸਟ੍ਰੈਸ ਲੈ ਲੈਣਾ। ਤੇ ਯਾਰ ਉਹ ਕਿੰਨੀ ਪੀਸਫੁਲ ਛੋਟੀਆਂ ਛੋਟੀਆਂ ਚੀਜ਼ਾਂ ਨੇ ਵੀ, ਆਪਦੀਆਂ ਸਬਜ਼ੀਆਂ ਆਪ ਉਗਾਈਆਂ, ਆਪ ਤੋੜੀਆਂ, ਆਪ ਖਾਣੀਆਂ। ਸੋ ਘਰ ਵੇਖਣਾ, ਪਿਆਰ ਹੈ, ਮਿਲ ਵਰਤ ਰਹੇ, ਬੁਝਾਰਤਾਂ ਪਾ ਰਹੇ, ਫੈਮਿਲੀ ਨੂੰ ਟਾਈਮ ਦੇ ਰਿਹਾ, ਰਾਤੀ ਨਾਨੀਆਂ ਦਾਦੀਆਂ ਨਾਲ ਸੋ ਰਿਹਾ। ਉਹਦੇ ਵਰਗੀ ਲਾਈਫ ਵੀ ਕੋਈ ਨਹੀਂ, ਉਹਦੀ ਰੀਸ ਵੀ ਨਹੀਂ ਐਂਡ ਉਹ ਦੁਬਾਰਾ ਹੋ ਵੀ ਨਹੀਂ ਸਕਦੀ। ਵੇਅਰ ਐਜ਼ ਜਿਸ ਜਨਰੇਸ਼ਨ 'ਚ ਅਸੀਂ ਅੱਜ ਹਾਂ ਉੱਥੇ ਗਰੋਥ ਅਰਨਿੰਗ ਇਜ਼ ਵੈਰੀ ਇੰਪੋਰਟੈਂਟ। ਉਹ ਹਮੇਸ਼ਾ ਤੋਂ ਰਹੀ ਹੈ ਬਟ ਹੁਣ ਸਿਨੈਰੀਓ ਹੀ ਚੇਂਜ ਹੋ ਗਿਆ। ਹੁਣ ਪਹਿਲੇ ਘਰ ਦਾ ਇੱਕ ਜੀਅ ਵੀ ਕਮਾਉਂਦਾ ਸੀ, 3-4 ਖਾ ਲੈਂਦੇ ਸੀ। ਹੁਣ ਘਰ 'ਚ ਜੇ 4 ਜੀ ਹੈ ਤੇ 3 ਨੂੰ ਮਿਨੀਮਮ ਕਮਾਉਣਾ ਪੈਂਦਾ ਕਿਉਂਕਿ ਸਕੂਲ ਦੀਆਂ ਫੀਸਾਂ ਨਹੀਂ ਨਿਕਲਦੀਆਂ, ਮੈਡੀਕਲ ਪੈ ਗਿਆ, ਕਿੱਥੇ ਜਾਓਗੇ। ਸੋ ਥਿੰਗਸ ਹੈਵ ਚੇਂਜਡ। ਸਟ੍ਰੈਸ ਲੈਵਲ ਉਦੋਂ ਵੀ ਸੀ ਪਰ ਹੁਣ ਬਹੁਤ ਜ਼ਿਆਦਾ ਹੈ ਟੂ ਗਰੋ, ਟੂ ਡੂ ਸਮਥਿੰਗ। ਉਦੋਂ ਸੁਪਨੇ ਨੇ ਐਨਾਲਾਈਜ਼ ਨਹੀਂ ਹੋ ਪਾਉਂਦੇ ਸੀ, ਹੁਣ ਹੋ ਪਾ ਰਹੇ ਨੇ। ਸੋ ਗੱਲ ਹੁਣ ਉੱਥੇ ਆ ਗਈ ਵੀ ਜਿਨ੍ਹਾਂ ਨੂੰ ਉਸ ਵੇਲੇ ਚਾਹ ਸੀ ਵੀ ਅਸੀਂ ਕੁਝ ਕਰਨਾ ਹੈ, ਉਹਨਾਂ ਲਈ ਤਾਂ ਜਨਰੇਸ਼ਨ ਬਣੀ ਨਹੀਂ ਸੀ। ਉਹ ਤਾਂ ਆਪਣੇ ਆਪ ਨੂੰ ਰੱਖਣਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਸੀ। ਸੋ ਜਿਵੇਂ ਤੁਹਾਡਾ ਕੁਐਸਚਨ ਹੈ ਵੀ ਇਹੀ ਸੀ ਨਾ ਵੀ ਪਿਛਲੇ ਟਾਈਮ ਦੀ ਕੁੜੀ 'ਚ ਤੇ ਹੁਣ 'ਚ ਕੀ ਫ਼ਰਕ ਹੈ। ਉਸ ਟਾਈਮ 'ਚ ਅਲੱਗ ਕਰਿਜ਼ਮਾ ਸੀ, ਉਸ ਟਾਈਮ 'ਚ ਅਲੱਗ ਚਾਰਮ ਸੀ, ਇਸ ਟਾਈਮ 'ਚ ਅਲੱਗ ਹੈ। ਇਹ ਟਾਈਮ ਬੈਸਟ ਟਾਈਮ ਹੈ ਆਈ ਵੁੱਡ ਸੇ ਯੂਨੀਵਰਸਲੀ। ਹਰ ਥਾਂ ਦਾ ਵੀ ਜਿੱਥੇ ਤੁਸੀਂ ਆਪਣੀ ਮਨਾਈ ਕਰ ਸਕਦੇ ਹੋ, ਤੁਹਾਨੂੰ ਆਪਣੀ ਸਪੀਚ ਦਾ ਰੱਖਣ ਦਾ ਇੱਕ ਹੱਕ ਹੈ, ਤੁਹਾਨੂੰ ਅੱਗੋਂ ਦੱਸਣ ਦਾ ਹੱਕ ਹੈ। ਹੁਣ ਮੈਂ ਦੱਸਦੀ ਹਾਂ ਵੀ ਅਸੀਂ ਜਦੋਂ ਬਾਜੇ ਦਾ ਸਿੱਟਾ ਕਰਦੇ ਸੀ ਉਹਦੇ 'ਚ ਮੈਨੂੰ ਸਰ ਨੇ ਦੱਸਣਾ ਵੀ ਇਸਕੇ ਮਨ ਮੇਂ ਇਹ ਚੱਲ ਰਿਹਾ ਹੈ। ਜਸ ਸਰ ਨੇ ਮੈਨੂੰ ਸਾਰਾ ਦੱਸਿਆ ਵੀ ਇਹ ਕੁੜੀ ਦੇ ਮਨ 'ਚ ਡਰ ਵੀ ਹੈ, ਦੁੱਖ ਵੀ ਹੈ, ਦਿਲ ਵੀ ਟੁੱਟਾ, ਸੁਪਨਾ ਵੀ ਮਰ ਰਿਹਾ। ਉੱਤੋਂ ਘਰਲਾ ਵੀ ਉਹਨੂੰ ਬੋਲ ਕੇ ਗਿਆ, ਜਿਵੇਂ ਤੁਸੀਂ ਟ੍ਰੇਲਰ 'ਚ ਵੇਖਿਆ ਐਮੀ ਬਾਂਹ ਮਰੋੜ ਕੇ ਜਾਂਦਾ। ਉਹ ਅਲੱਗ ਦੁੱਖ ਹੈ ਕਿ ਮੇਰਾ ਘਰਲਾ ਵੀ ਯਾਰ ਮੈਨੂੰ ਬੋਲ ਗਿਆ। ਤੀਜਾ ਉਹ ਆਪਣੇ ਘਰ 'ਚ ਗਾ ਰਹੀ ਹੈ, ਉਹਨੂੰ ਉੱਥੇ ਗਾ ਵੀ ਨਹੀਂ ਸਕਦੀ, ਉਹ ਅਲੱਗ ਦੁੱਖ ਹੈ। ਹੁਣ ਇੰਨਾ ਸਾਰਾ ਕੁਛ ਹੈ ਉਸ ਕੁੜੀ ਦੇ ਮਾਈਂਡ 'ਚ ਪਰ ਬੋਲਣਾ ਇੱਕ ਵਰਡ ਨਹੀਂ ਕਿ ਬੋਲ ਹੀ ਨਹੀਂ ਸਕਦੇ। ਤੁਸੀਂ ਕੀ ਕਰੋਗੇ, ਕਿਹਨੂੰ ਹੀ ਕਹੋਗੇ। ਅਤੇ ਉਹ ਅੱਖਾਂ ਭਰੀਆਂ ਪਰ ਉਹ ਮੂੰਹ 'ਤੇ ਸਾਰੇ ਕੁਐਸ਼ਚਨਸ ਨੇ ਉਹਦੇ ਕੁੜੀ ਦੇ। ਜਦੋਂ ਐਮੀ ਨੂੰ ਲੁੱਕ ਦੇ ਰਹੀ ਹੈ ਸੋ ਕਹਿੰਦੇ ਇਹ ਐਕਸਪ੍ਰੈਸ਼ਨ ਦੇਣਾ। ਸੋ ਇਟ ਵਾਜ਼ ਹਾਰਡ। ਸਾਡੇ ਕੋਲ ਅੱਜ ਫਰੀਡਮ ਆਫ ਸਪੀਚ ਹੈ, ਅਸੀਂ ਬੋਲ ਸਕਦੇ ਹਾਂ ਵੀ ਮੈਨੂੰ ਇਹ ਚੀਜ਼ ਹਰਟ ਕਰ ਗਈ ਹੈ, ਮੈਨੂੰ ਇਹ ਚੀਜ਼ ਚੰਗੀ ਲੱਗ ਰਹੀ ਹੈ। ਉਦੋਂ ਨਹੀਂ ਸੀ ਕਰ ਸਕਦੇ। ਇਹ ਡਿਫਰੈਂਸ ਬਹੁਤ ਵੱਡਾ ਹੈ ਜੋ ਮੈਂ ਫੀਲ ਕੀਤਾ ਵੀ ਇਟ ਵਾਜ਼ ਹਾਰਡ। ਨਹੀਂ ਬਸ ਉਹੀ ਸਵਾਲ ਸੀ ਕਿ ਜਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਜਿਉਇਆ ਹੈ, ਤੁਸੀਂ ਉਸ ਚੀਜ਼ ਨੂੰ ਐਕਟ ਕੀਤਾ ਹੈ, ਉਹ ਜਦੋਂ ਫਿਲਮ ਸ਼ੂਟ ਹੁੰਦੀ ਸੀ ਤੁਸੀਂ ਗਾ ਨਹੀਂ ਸਕਦੇ ਕਿਉਂਕਿ ਅੰਦਰ ਕੁੱਟਦੇ ਰਹਿੰਦੇ। ਜੋ ਅਸਲ ਦੇ ਵਿੱਚ ਜੇ ਉਸ ਟਾਈਮ ਦੀਆਂ ਕੁੜੀਆਂ ਦੀ ਜੇ ਗੱਲ ਕਰ ਲਈਏ ਤੁਹਾਨੂੰ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਰੋਕਦੀਆਂ ਹੋਣਗੀਆਂ ਬੋਲਣ ਲੱਗਿਆਂ ਕਿ ਨਹੀਂ ਆਹ ਚੀਜ਼ ਹੱਕ ਹੈ ਕਿਉਂਕਿ ਅਗਰ ਰੱਬ ਨੇ ਉਹ ਹੁਨਰ ਦਿੱਤਾ ਹੈ ਜਾਂ ਗਾਉਣਾ ਦਿੱਤਾ ਹੈ ਤਾਂ ਅਸੀਂ ਕਰ ਸਕਦੇ ਹਾਂ, ਬਟ ਫੈਮਿਲੀ ਅਲਾਉ ਨਹੀਂ ਕਰਦੀ। ਵੇਖੋ ਸਮਾਜ ਬਹੁਤ ਵੱਡਾ ਰੋਲ ਪਲੇ ਕਰਦਾ ਹਰ ਕਿਸੇ ਦੀ ਜ਼ਿੰਦਗੀ 'ਚ। ਆਈ ਥਿੰਕ ਹੁਣ ਉਸ ਟਾਈਮ 'ਤੇ ਸਮਾਜੀ ਤੌਰ 'ਤੇ ਵੀ ਹੱਕ ਨਹੀਂ ਸੀਗੇ ਅਤੇ ਜਦੋਂ ਹੱਕ ਹੀ ਨਹੀਂ ਹੁੰਦੇ ਉਦੋਂ ਬੋਲਿਆ ਨਹੀਂ ਜਾ ਸਕਦਾ। ਮੈਂ ਤੁਹਾਨੂੰ ਜੈਨੂਅਨਲੀ ਨਹੀਂ ਦੱਸ ਸਕਦੀ ਵੀ ਕੀ ਫੀਲ ਹੋਏਗੀ ਉਹਨਾਂ ਦੀ, ਪਰ ਜੋ ਮੈਂ ਫੀਲ ਕੀਤਾ ਉਹ ਘੁੱਟਣ ਸੀ ਕਿ ਯਾਰ ਕਿੱਦਾਂ ਹੀ ਤੁਸੀਂ ਆਪਣੇ ਆਪ ਨੂੰ ਕਿੰਨਾ ਕਿ ਕਿਸ ਥਾਂ 'ਤੇ ਐਂਡ ਕੰਪਲੇਨ ਵੀ ਕਰੋਗੇ ਤਾਂ ਕਿਹਨੂੰ, ਜਦੋਂ ਤੁਹਾਡੇ ਘਰਲੇ ਨੇ ਵੀ ਨਹੀਂ ਸਮਝੀ ਗੱਲ। ਅਤੇ ਮੈਂ ਇਹ ਚੀਜ਼ ਫੀਲ ਕੀਤੀ। ਮੈਨੂੰ ਨਹੀਂ ਪਤਾ ਵੀ ਉਸ ਟਾਈਮ 'ਤੇ ਉਹ ਕੀ ਫੀਲ ਕਰਦੇ ਹੋਣਗੇ। ਤਾਨੀਆ ਦਾ ਸਫ਼ਰ ਬਾਜੇ ਦੇ ਸਿੱਟੇ ਤੱਕ ਕਿਸ ਤਰ੍ਹਾਂ ਦਾ ਰਿਹਾ ਹੈ? ਬਾਜੇ ਦਾ ਸਿੱਟੇ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ, ਕਿਸ ਤਰ੍ਹਾਂ ਮੁਲਾਕਾਤ ਹੋਈ? ਮੇਰਾ ਸਫ਼ਰ ਤੇ ਬਈ ਰੋਲਰ ਕੋਸਟਰ ਰਾਈਡ ਹੀ ਸੀ। ਮੈਂ ਕਿੱਥੋਂ ਇੱਕ ਛੋਟੇ ਬਹੁਤ ਹੀ ਛੋਟੇ ਕਦਮ ਲੈ ਕੇ ਸ਼ੁਰੂ ਕੀਤਾ। ਮੈਨੂੰ ਯਾਦ ਹੈ ਵੀ ਉਹ ਵੀ ਦਿਨ ਹੁੰਦੇ ਸੀ ਜਦੋਂ ਮੈਂ ਇੰਟਰਵਿਊਜ਼ 'ਤੇ ਜਾਂਦੀ ਸੀ। ਅੱਧੇ ਪੌਣੇ ਘੰਟੇ ਦੀ ਜੇ ਇੰਟਰਵਿਊ ਹੁੰਦੀ ਸੀ ਮੈਨੂੰ ਇੱਕ ਸਵਾਲ ਵੀ ਨਹੀਂ ਪੁੱਛਿਆ ਜਾਂਦਾ ਸੀ, ਮੇਰਾ ਨਾਮ ਤੱਕ ਨਹੀਂ ਸੀ ਪੁੱਛਿਆ ਜਾਂਦਾ। ਉਹ ਵੀ ਦਿਨ ਸੀ। ਬਟ ਇਟ ਇਜ਼ ਜਸਟ ਅਬਾਊਟ ਕਿ ਸ਼ੌਂਕ ਬਹੁਤ ਵੱਡਾ ਸੀ ਮੇਰਾ ਸਾਰੀਆਂ ਚੀਜ਼ਾਂ ਨਾਲੋਂ ਵੀ। ਮੈਨੂੰ ਸੀ ਕੋਈ ਨਹੀਂ, ਅੱਜ ਨਹੀਂ ਪੁੱਛਦੇ, ਕੱਲ੍ਹ ਪੁੱਛ ਲੈਣਗੇ, ਪਰਸੋਂ ਪੁੱਛ ਲੈਣਗੇ, ਫਿਰ ਪੁੱਛਣਗੇ। ਐਂਡ ਆਈ ਕੈਪਟ ਔਨ ਵਰਕਿੰਗ। ਐਂਡ ਅੱਜ ਉਹ ਦਿਨ ਹੈ ਵੀ ਅੱਜ ਆਪ ਥੱਕ ਜੀਦਾ ਹੈ ਕਿ ਬਹੁਤ ਇੰਟਰਵਿਊਜ਼ ਹੋ ਗਿਆ, ਬਸ ਕਰੋ। ਬਟ ਆਈ ਥਿੰਕ ਮੇਰਾ ਸਫ਼ਰ ਬਹੁਤ ਹੀ ਪਿਆਰਾ ਰਿਹਾ ਬਾਜੇ ਦੇ ਸਿੱਟੇ ਤੱਕ ਦਾ। ਬਹੁਤ ਪਿਆਰਾ, ਬਹੁਤ ਡਿਫਿਕਲਟ ਬਟ ਬਹੁਤ ਪਿਆਰਾ। ਬਿਲਕੁਲ ਤਾਂ ਨਹੀਂ ਉਹੀ ਗੱਲ ਹੈ ਕਿਉਂਕਿ ਅਗਰ ਤੁਹਾਨੂੰ ਦੇਖਿਆ ਸੀ ਤੁਸੀਂ ਹਰ ਕਿਰਦਾਰ ਨੂੰ ਬਹੁਤ ਬਾਖੂਬੀ ਨਿਭਾਇਆ, ਭਾਵੇਂ ਛੋਟਾ ਕਿਰਦਾਰ ਹੋਵੇ, ਚਾਹੇ ਉਹ ਮੇਨ ਲੀਡ 'ਤੇ ਹੋਵੇ, ਚਾਹੇ ਉਹ ਸਾਈਡ ਰੋਲ ਹੋਵੇ। ਸੋ ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਜਦੋਂ ਕੁੜੀਆਂ ਬਣਦੀਆਂ ਨੇ, ਕੋਈ ਐਕਟਰ ਹੋਵੇ ਜਾਂ ਕੋਈ ਐਕਟਰੈਸ ਹੋਵੇ, ਅਤੇ ਉਹ ਚੀਜ਼ ਉਹ ਨਹੀਂ, ਲੀਡ ਰੋਲ ਜਿਹੜਾ ਬਹੁਤ ਜ਼ਰੂਰੀ ਹੈ। ਲੱਗਦਾ ਕਿ ਲੋਕ ਅਗਰ ਤੁਹਾਨੂੰ ਪਸੰਦ ਕਰਨਗੇ ਤਾਂ ਇਸ ਲਈ ਕਰਨਗੇ। ਜਿੱਦਾਂ ਤੁਸੀਂ ਦੱਸਿਆ ਕਿ ਮੈਂ ਬਹੁਤ ਇੰਟਰਵਿਊਜ਼ ਦਿੱਤੀਆਂ ਜਿਨ੍ਹਾਂ 'ਚ ਮੈਨੂੰ ਪੁੱਛਿਆ ਹੀ ਨਹੀਂ ਜਾਂਦਾ ਸੀ ਸਵਾਲ, ਔਰ ਮੈਂ ਕਿੰਨਾ ਟਾਈਮ ਇਕੱਲੀ ਬੈਠੀ ਰਹਿੰਦੀ ਸੀ। ਤੁਹਾਨੂੰ ਲੱਗਦਾ ਕਿ ਨਹੀਂ ਕਾफ़ੀ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ ਇਸ ਅਕੋਰਡਿੰਗ ਕਿ ਨਹੀਂ ਸ਼ਾਇਦ ਚਾਹੇ ਰੋਲ ਛੋਟਾ ਹੈ ਚਾਹੇ ਵੱਡਾ ਹੈ, ਬਟ ਉਸ ਰੋਲ ਦੀ ਅਹਿਮੀਅਤ ਹੋਣੀ ਚਾਹੀਦੀ, ਉਸ ਕਿਰਦਾਰ ਦੀ। ਜੀ
ਮੈਨੂੰ ਲੱਗਦਾ ਸਵਾਦ ਦਾ ਕੋਈ ਮੁੱਲ ਨਹੀਂ। ਤੇ ਜੇ ਮੈਨੂੰ ਉਸ ਟਾਈਮ ਤੇ ਇੰਟਰਵਿਊਜ਼ ਤੇ ਕਿੰਨਾ ਕੁਝ ਪੁੱਛਿਆ ਗਿਆ ਹੁੰਦਾ, ਸ਼ਾਇਦ ਮੈਨੂੰ ਅੱਜ ਦੀਆਂ ਇੰਟਰਵਿਊਜ਼ ਦੇਣ 'ਚ ਇੰਨਾ ਸਵਾਦ ਨਾ ਆਉਂਦਾ। ਮੈਂ ਉਡੀਕਦੀ ਨਾ ਇਹੋ ਜਿਹੀਆਂ ਇੰਟਰਵਿਊਜ਼ ਲਈ, ਮੈਂ ਹੋਰ ਹਾਰਡ ਵਰਕ ਨਾ ਕਰਦੀ। ਸੋ ਜੇ ਪੈਂਦੇ ਸੱਟ ਸਭ ਮਿਲ ਜੇ ਨਾ, ਉਹਦਾ ਮੁੱਲ ਨਹੀਂ ਪੈਂਦਾ। ਤੇ ਜਿਹਨੇ ਇੱਕ ਇੱਕ ਸਟੈਪ ਕਰਕੇ ਬਣਾਇਆ ਹੁੰਦਾ ਹੈ, ਉਹਨੂੰ ਉਹਦੀ ਕਦਰ ਵੀ ਹੁੰਦੀ ਹੈ ਐਂਡ ਉਹ ਇੱਕਦਮ ਜਾ ਵੀ ਨਹੀਂ ਸਕਦਾ। ਜਦੋਂ ਅਸੀਂ ਨੀਹਾਂ ਭਰ ਕੇ ਘਰ ਬਣਾਉਂਦੇ ਹਾਂ ਨਾ, ਉਹ ਇੱਕਦਮ ਨਹੀਂ ਡਿੱਗ ਸਕਦਾ। ਜਦੋਂ ਇੱਕਦਮ ਹੀ ਐਂ ਘਰ ਬਣਾ ਦੋਗੇ, ਨੀਹਾਂ ਰੂਟਸ ਹੈ ਹੀ ਨਹੀਂ, ਉਹ ਡਿੱਗ ਸਕਦਾ। ਸੋ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਆਪਣਾ ਕਰੀਅਰ ਗ੍ਰਾਫ ਹੌਲੀ ਹੌਲੀ ਬਣਾਉਂਦੇ ਹੋ, ਜੇ ਅਪਸ ਐਂਡ ਡਾਊਨਸ ਵੀ ਹੋਣ ਤਾਂ ਉਹ ਇੱਕਦਮ ਡਿੱਗਦਾ ਨਹੀਂ, ਉਹ ਥੋੜ੍ਹਾ 19-21 ਉੱਪਰ ਥੱਲੇ ਹੁੰਦਾ, ਬਟ ਇਟ ਸਟੇਜ਼। ਬਟ ਜਿਹੜਾ ਐਂ ਜਾਂਦਾ ਉਹ ਫਿਰ ਐਂ ਥੱਲੇ ਆਉਂਦਾ। ਆਈ ਐਮ ਵੈਰੀ ਹੈਪੀ, ਆਈ ਐਮ ਜੈਨੂਇਨਲੀ ਵੈਰੀ ਹੈਪੀ ਵੀ ਮੈਂ ਬਹੁਤ ਛੋਟੇ ਛੋਟੇ ਕਿਰਦਾਰ ਕਰਕੇ ਆਈ ਹਾਂ ਇੱਥੇ, ਕਿਉਂਕਿ ਮੈਨੂੰ ਹੁਣ ਇਸ ਟਾਈਮ 'ਤੇ ਸਮਝ ਆਉਂਦੀ ਹੈ ਵੀ ਬਾਕੀ ਦਾ ਕਰੈਕਟਰ ਸੈੱਟ 'ਤੇ ਕੌਣ ਕਿਵੇਂ ਫੀਲ ਕਰ ਰਿਹਾ ਹੋਏਗਾ। ਮੈਂ ਕਿਸੇ ਨੂੰ ਫੀਲ ਕਰ ਸਕਦੀ ਹਾਂ। ਸੋ ਵਧੀਆ ਚੀਜ਼ਾਂ ਹੈ। ਬਾਕੀ ਚੋਇਸਿਸ ਨੇ, ਮੇਰੀਆਂ ਚੋਇਸਿਸ ਸੀ ਵੀ ਮੈਂ ਹਰ ਚੀਜ਼ ਜੀ ਕੇ ਇੱਥੋਂ ਤੱਕ ਪਹੁੰਚਣਾ ਚਾਹੁੰਦੀ ਸੀ। ਤਾਂ ਮੈਂ ਛੋਟੇ ਛੋਟੇ ਕਿਰਦਾਰ ਵੀ ਕੀਤੇ, ਹਰ ਤਰ੍ਹਾਂ ਦੀ ਸਿਚੁਏਸ਼ਨਸ ਮੈਂ ਵੇਖੀ, ਉਹਨਾਂ ਦੀਆਂ ਚੋਇਸਿਸ ਹੋਣਗੀਆਂ ਐਜ਼ ਲੀਡ ਆਉਂਦੀਆਂ। ਪਰ ਮੈਂ ਇਹ ਕਹੂੰਗੀ ਵੀ ਸ਼ੁਰੂਆਤ ਕਰਨਾ ਬਹੁਤ ਜ਼ਰੂਰੀ ਹੈ। ਵਾਟ ਮੈਟਰ ਇਜ਼ ਜਸਟ ਕਿ ਹਾਊ ਯੂ ਬਿਗਿਨ, ਐਂਡ ਛੋਟਾ ਵੱਡਾ ਕੁਝ ਨਹੀਂ, ਬਸ ਸ਼ੁਰੂ ਕਰਨਾ ਜ਼ਰੂਰੀ ਹੈ। ਇਸ ਅਕੋਰਡਿੰਗ ਤੇ ਮੈਂ ਜੀ ਕਿਸਮਤ 2 'ਚ ਬਹੁਤ ਛੋਟਾ ਕਿਰਦਾਰ ਕੀਤਾ ਸੁਫਨਾ ਕਰਨ ਤੋਂ ਬਾਅਦ। ਗੱਲ ਹੈ ਵੀ ਖੁਸ਼ੀ ਮਿਲਣੀ ਚਾਹੀਦੀ ਹੈ ਕਰਕੇ, ਤੇ ਖੁਸ਼ੀ ਵੱਲ ਨੂੰ ਜਾਓ, ਸਟੇਟਸ ਆਪੇ ਬਣ ਜਾਂਦਾ ਹੁੰਦਾ। ਜਿਵੇਂ ਤੁਸੀਂ ਕਈ ਵਾਰੀ ਜੇ ਛੋਟੀ ਲੈਵਲ 'ਤੇ ਭਰਤੀ ਹੁੰਦੀ ਪੁਲਿਸ 'ਚ, ਜੇ ਤੁਸੀਂ ਕਰਦੇ ਰਹੋ ਐਂਡ ਹੌਲੀ ਹੌਲੀ ਪ੍ਰਮੋਟ ਹੁੰਦੇ ਪਹੁੰਚ ਜਾਂਦੇ ਹੋ ਨਾ, ਹਰ ਕਰੀਅਰ ਹੀ ਐਵੇਂ ਦਾ ਹੁੰਦਾ। ਸੋ ਇਟਸ ਨਾਟ ਅਬਾਊਟ ਕਿ ਲੀਡ 'ਚ ਆ ਜਾਓ ਫਿਰ ਕੀ ਹੋ ਜਾਏਗਾ, ਕੁਝ ਨਹੀਂ ਹੋਣ ਲੱਗਾ। ਪਰਫਾਰਮੈਂਸ ਵਧੀਆ ਦਿਓ, ਫਿਰ ਬਹੁਤ ਕੁਝ ਹੋ ਜਾਏਗਾ। ਦੈਟ ਇਜ਼ ਵਾਟ ਮਾਈ ਥਾਟਸ ਆਰ। ਬਿਲਕੁਲ। ਅਗਰ ਗੱਲ ਕਰ ਲਈਏ ਤਾਨੀਆ, ਕਈ ਵੀ ਫਿਲਮਾਂ ਦੀ ਤੁਸੀਂ ਹਮੇਸ਼ਾ ਫਰੈਂਡਸ਼ਿਪ, ਇਸ ਤੋਂ ਪਹਿਲਾਂ ਜਦੋਂ ਤੁਸੀਂ ਗੁੱਡੀਆਂ ਪਟੋਲੇ 'ਚ ਸੀ, ਤੁਹਾਡੀ ਭੈਣ ਦੇ ਨਾਲ ਰਿਸ਼ਤਾ, ਇਸ ਦੇ ਵਿੱਚ ਵੀ ਤੁਹਾਡੀ ਭੈਣ ਦੇ ਨਾਲ ਇੱਕ ਅਲੱਗ ਜਿਹਾ ਰਿਸ਼ਤਾ ਨੂਰ ਦੇ ਨਾਲ, ਤੁਹਾਨੂੰ ਕੀ ਲੱਗਦਾ ਹੈ ਦੋਸਤੀ ਔਰ ਰਿਸ਼ਤਾ ਮਤਲਬ ਕਿੰਨੇ ਕੁ ਖਾਸ ਹੁੰਦੇ ਨੇ? ਫਰੈਂਡਸ਼ਿਪ ਜਾਂ ਰਿਸ਼ਤੇ ਕਿੰਨੇ ਕੁ ਜ਼ਰੂਰੀ ਨੇ ਤਾਨੀਆ ਦੇ ਲਈ? ਮੇਰੇ ਲਈ ਤਾਂ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਸੱਚੀ ਦੱਸਾਂ, ਤੁਸੀਂ ਮੇਰੇ ਘਰਦਿਆਂ ਨੂੰ ਜਾਂ ਮੇਰੇ ਫਰੈਂਡਸ ਨੂੰ ਪੁੱਛ ਸਕਦੇ ਹੋ ਵੀ ਮੇਰੇ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਮੈਂ ਇੱਕ ਜੈਨੂਇਨਲੀ, ਮੈਂ ਉਹ ਕੋਈ ਤਾਰੀਫ ਵਾਲੀ ਗੱਲ ਨਹੀਂ ਹੈ, ਇਟ ਇਜ਼ ਮੋਰ ਪੇਨਫੁਲ, ਬਟ ਮੈਂ ਬਹੁਤ ਦਿਲ ਤੋਂ ਗੱਲਾਂ ਲੈਂਦੀ ਹਾਂ। ਮੈਨੂੰ ਮੇਰੇ ਕਲੋਜ਼ਡ ਵਨਸ ਆਰ ਵੈਰੀ ਇੰਪੋਰਟੈਂਟ। ਅਤੇ ਮੇਰੇ ਲਈ ਦੋਸਤੀ ਵੀ ਬਹੁਤ ਪਿਆਰੀ ਹੈ, ਵੀ ਮੈਂ ਖੜ੍ਹਦੀ ਹਾਂ ਅਤੇ ਮੈਂ ਖੜ੍ਹਦੀ ਹਾਂ ਉਹਨਾਂ ਲਈ। ਮੇਰੇ ਲਈ ਫੈਮਿਲੀ ਆਫ ਕੋਰਸ, ਜੇ ਮੈਂ ਦੋਸਤਾਂ ਲਈ ਖੜ੍ਹਦੀ ਹਾਂ ਅਤੇ ਫੈਮਿਲੀ ਦਾ ਤਾਂ ਦਰਜਾ ਇੱਕ ਹੋਰ ਉੱਤੇ ਹੁੰਦਾ। ਅਤੇ ਮੇਰੇ ਲਈ ਦੋਨੋਂ ਚੀਜ਼ਾਂ ਬਹੁਤ ਮੈਟਰ ਕਰਦੀਆਂ। ਬਿਲਕੁਲ। ਫਿਲਮ ਦੀ ਗੱਲ ਕਰ ਰਹੇ ਨਾ, ਲੁੱਕ ਬਹੁਤ ਵੱਖਰੀ ਹੈ, ਮੀਨਾ ਕੁਮਾਰੀ ਵਾਲੀ ਲੁੱਕ ਆ ਰਹੀ ਹੈ ਜੋ ਸਾਰੇ ਕਹਿ ਰਹੇ ਨੇ। ਔਰ ਤੁਹਾਨੂੰ ਕਿੱਦਾਂ ਲੱਗਾ ਜਦੋਂ ਆਪਣੇ ਆਪ ਨੂੰ ਇਸ ਲੁੱਕ 'ਚ? ਵੈਸੇ ਤਾਂ ਤੁਸੀਂ ਇਸ ਤੋਂ ਪਹਿਲਾਂ ਵੀ ਸੁਫਨਾ ਦੇ ਵਿੱਚ ਵੀ ਕਿਰਦਾਰ ਨਿਭਾਇਆ ਸੀ, ਉਹ 'ਚ ਤਾਂ ਹੋਰ ਜ਼ਿਆਦਾ ਸਵੀਟ ਔਰ ਸੌਫਟ ਜਿਹੀ ਕੁੜੀ ਦੇਖ ਰਹੀ ਸੀ, 'ਚ ਥੋੜ੍ਹੀ ਜਿਹੀ ਹੁਣ ਮੇਕਅਪ ਨਾਲ ਅਲੱਗ ਨਜ਼ਰ ਆਈ। ਸੋ ਆਪਣੇ ਆਪ ਨੂੰ ਜਦੋਂ ਦੇਖਿਆ, ਕਿੱਦਾਂ ਦਾ ਫੀਲ ਆਇਆ ਪਹਿਲੀ ਵਾਰ ਬਾਜੂ ਦਾ ਸਿੱਟਾ ਦੀ ਲੁੱਕ ਜਿਹੜੀ ਦੇਖੀ ਸੀ? ਮੈਨੂੰ ਖੁਸ਼ੀ ਹੈ ਵੀ ਇਹ ਬਾਕੀ ਲੁੱਕਸ ਤੋਂ ਅੱਡ ਵੇਖ ਰਹੀ ਹੈ ਤੁਹਾਨੂੰ, ਬਿਕੋਜ਼ ਇਹੀ ਸਾਡਾ ਮੇਨ ਗੋਲ ਸੀ ਵੀ ਅਲੱਗ ਦਿਖੇ ਇਹ ਲੁੱਕ। ਗੋਲ ਤਾਂ ਜੀ ਇਹੀ ਸੀ ਵੀ ਕਰੈਕਟਰ ਪਲੇ ਕੀਤਾ ਜਾਏ। ਕਰੈਕਟਰ ਪਲੇ ਕਰਨ ਦੀ ਰਿਕੁਆਇਰਮੈਂਟ ਐਸੀ ਵੀ ਉਹ ਐਵੇਂ ਦਾ ਵਿਖੇ। ਉਹ ਸਰ ਦਾ ਥੋਟ ਸੀ, ਸਾਡੇ ਡਾਇਰੈਕਟਰ ਸਰ ਨੇ, ਜਸ ਕਰੇਵਾਲ ਸਰ ਨੇ ਸੋਚਿਆ ਸੀ ਵੀ ਐਸਾ ਲੱਗਣਾ ਚਾਹੀਏ ਮੇਰਾ ਕਰੈਕਟਰ। ਸੋ ਇਹ ਉਹਨਾਂ ਦਾ ਥੋਟ ਹੈ, ਇਹਦੇ 'ਚ ਮੈਂ ਕੋਈ ਕ੍ਰੈਡਿਟ ਨਹੀਂ ਲਊਂਗੀ। ਬਟ ਯੈਸ, ਉਹਨੂੰ ਪਰਫਾਰਮ ਕਰਕੇ ਉਹਦੇ 'ਚ ਜਾਨ ਪਾਣਾ ਉਹ ਮੇਰਾ ਕੰਮ ਸੀ। ਬਿਲਕੁਲ। ਅਸੀਂ ਇਸ ਤੋਂ ਪਹਿਲਾਂ ਤਾਨੀਆ ਦੀ ਇੰਟਰਵਿਊ ਕੀਤੀ ਸੀ, ਅਤੇ ਤਾਨੀਆ ਨੇ ਦੱਸਿਆ ਸੀ ਕਿ ਉਹਨਾਂ ਨੂੰ ਘਰੇ ਕੀ ਕਹਿੰਦੇ ਨੇ? ਗੋਂਗਲੂ। ਹਾਂ, ਮੈਨੂੰ ਘਰੇ ਕਦੀ ਗੋਂਗਲੂ ਮੇਰੇ ਫਰੈਂਡਸ ਮੈਨੂੰ ਗੋਂਗਲੂ ਕਹਿ ਦਿੰਦੇ ਆ, ਅਤੇ ਘਰੇ ਮੈਨੂੰ ਟਿੰਗੂ ਕਹਿ ਦਿੰਦੇ ਆ। ਵੀ ਬਸ ਜਿਹਦਾ ਜੋ ਬਸ ਚੱਲਦਾ ਕਹਿ ਦਿੰਦੇ ਮੈਨੂੰ। ਹੈਲੋ ਸਰ। ਓ ਮਾਈ ਗॉड। ਸਤਿ ਸ਼੍ਰੀ ਅਕਾਲ ਸਰ। ਸਾਡੇ ਨਾਲ ਮੌਜੂਦ ਨੇ, ਚਲੋ ਬਈ ਉਹ ਸੋਨੇ ਤੋਂ ਸੁਹਾਗਾ ਵਾਲੀ ਗੱਲ ਹੋ ਗਈ। ਸਰ ਬੈਠੋ ਸਰ। ਬਿਲਕੁਲ। ਬਾਜੇ ਦਾ ਸਿੱਟਾ ਹੈ, ਤਾਨੀਆ ਸਾਡੇ ਨਾਲ ਨੇ, ਅਤੇ ਫਿਰ ਡਾਇਰੈਕਟਰ ਰਾਈਟਰ ਸਾਹਿਬ ਵੀ ਆ ਗਏ ਨੇ, ਜਸ ਗਰੇਵਾਲ ਸਰ। ਹਾਂ ਹੋ ਗਈਆਂ ਗੱਲਾਂ ਤੁਹਾਡੀਆਂ? ਮੈਂ ਕਿਹਾ ਹੁਣ ਤੁਹਾਡੇ ਨਾਲ ਵੀ ਕਰ ਲੈਂਦੇ ਹਾਂ। ਜੀ ਜ਼ਰੂਰ। ਮੈਂ ਬਹੁਤ ਬਹੁਤ ਸਵਾਗਤ ਹੈ ਸਰ ਔਨ ਏਅਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਿਲਕੁਲ। ਸਰ ਹੋਰ ਸੁਣਾਓ, ਕੀ ਹਾਲ ਚਾਲ ਹੈ? ਸਭ ਵਧੀਆ? ਸਭ ਵਧੀਆ ਜੀ, ਸਭ ਚੱਲ ਰਹੀ ਹੈ? ਬਸ ਫਿਲਮ ਦੇ ਕੰਮ ਲੱਗੇ ਹੋਏ ਆ ਜੀ, ਰਿਲੀਜ਼ ਸਿਰ 'ਤੇ ਆ। ਦੇਖ ਰਿਹਾ ਕਾਫੀ ਥੱਕੇ ਲੱਗ ਰਹੇ। ਥੋੜ੍ਹਾ ਜਿਹਾ ਸਟ੍ਰੈਸ ਜਿਹਾ ਹੈਗਾ। ਪਰਸੋਂ ਨੂੰ ਰਿਲੀਜ਼ ਆ, ਚੌਥੇ ਨੂੰ। ਬਿਲਕੁਲ ਸਰ। ਫਿਰ ਕਿੱਦਾਂ ਚੱਲ ਰਿਹਾ ਸਫ਼ਰ, ਕਿਸ ਤਰ੍ਹਾਂ ਚੱਲ ਰਿਹਾ ਫਿਲਮ ਦਾ? ਹੁਣ ਜਦੋਂ ਸ਼ੁਰੂ ਕੀਤੀ ਸੀ ਲਿਖਣੀ ਅਤੇ ਅੱਜ ਉਹ ਮੁਕਾਮ ਆਇਆ। ਬਹੁਤ ਸੋਹਣਾ ਚੱਲ ਰਿਹਾ ਜੀ, ਬਹੁਤ ਸੋਹਣਾ, ਬਹੁਤ ਜ਼ਿਆਦਾ ਐਕਸਾਈਟਿਡ ਹਾਂ। ਸਾਰਾ ਧਿਆਨ ਮੂਵੀ 'ਚ ਹੀ ਹੈ ਕਿ ਕਦੋਂ ਲੋਕ ਦੇਖ ਲੈਣ ਅਤੇ ਕਦੋਂ ਲੋਕ ਕਹਿਣ ਕਿ ਯਾਰ ਸੋਹਣੀ ਫਿਲਮ। ਸੋ ਸਰ, ਅਸੀਂ ਤਾਨੀਆ ਨਾਲ ਗੱਲ ਕਰ ਰਹੇ ਸੀ ਕਿ ਇਸ ਫਿਲਮ ਦੇ ਨਾਲ ਜੁੜੇ ਤੁਸੀਂ ਜਦੋਂ ਫਿਲਮ ਸ਼ੁਰੂ ਕੀਤੀ, ਹਮੇਸ਼ਾ ਇੱਕ ਕਰੈਕਟਰ ਜਾਂ ਤਾਂ ਕਹਿੰਦੇ ਨੇ ਬਿਠਾ ਕੇ ਅਸੀਂ ਉਸ ਚੀਜ਼ ਨੂੰ ਲਿਖਦੇ ਹਾਂ। ਤਾਨੀਆ ਦਾ ਕਰੈਕਟਰ ਕਿਸ ਤਰ੍ਹਾਂ ਆਇਆ ਦਿਮਾਗ 'ਚ ਕਿ ਹਾਂ ਅਸੀਂ ਤਾਨੀਆ ਨੂੰ ਇਸ ਫਿਲਮ ਦੇ ਵਿੱਚ ਕਾਸਟ ਕਰਾਂ? ਇਹ ਤਾਂ ਦੇਖੋ, ਜਦੋਂ ਕਹਾਣੀ ਤੁਹਾਡੇ ਦਿਲ 'ਚ ਆਉਂਦੀ ਆ, ਉਦੋਂ ਹੀ ਉਹ
ਕਿਰਦਾਰਾਂ ਦੀ ਤਸਵੀਰ ਤੁਹਾਡੇ ਬਣਨ ਲੱਗ ਜਾਂਦੀ ਹੈ। ਫਿਰ ਤੁਸੀਂ ਦੇਖਦੇ ਹੋ ਕਿ ਮੇਰੇ ਕੋਲ ਕੌਣ ਆ ਜਿਹੜਾ ਇਸ ਤਸਵੀਰ ਵਰਗੀ ਜਿਸ ਦੀ ਤਸਵੀਰ ਹੋਵੇ, ਉਹ ਤਾਨੀਆ ਹੀ ਸੀ ਸਭ ਤੋਂ ਬਿਹਤਰ। ਅਤੇ ਤਾਂ ਕਰਕੇ ਫਿਰ ਤਾਨੀਆ ਨੂੰ ਹੀ ਲਿਆ ਗਿਆ। ਅਤੇ ਦੂਜਾ ਤਾਨੀਆ ਨੇ ਕੰਮ ਬਹੁਤ ਵਧੀਆ ਕੀਤਾ। ਉਹ ਜੇ ਤਸਵੀਰ ਅਤੇ ਤਾਨੀਆ ਥੋੜ੍ਹੀ ਜਿਹੀ ਅਲੱਗ-ਅਲੱਗ ਸੀ ਵੀ, ਤਾਂ ਉਹ ਮੈਨੂੰ ਹੁਣ ਯਾਦ ਨਹੀਂ। ਹੁਣ ਮੈਨੂੰ ਤਾਨੀਆ ਹੀ ਲੱਗਦੀ ਹੈ। ਹੁਣ ਮੈਨੂੰ ਐਂ ਲੱਗਦਾ ਵੀ ਮੇਰਾ ਜਿਹੜੀ ਕਹਾਣੀ ਸੀ, ਉਹ ਜਦੋਂ ਪਹਿਲੀ ਵਾਰ ਜਿਹੜਾ ਖਿਆਲ ਆ ਸੀ ਉਹ ਤਾਨੀਆ ਹੀ ਸੀ। ਉਸਕੇ ਪਹਿਲੇ ਕੀ ਸਭੀ ਬਾतें ਮੈਂ ਭੁੱਲ ਗਿਆ। ਹਾਂ ਜੀ। ਤਾਨੇ ਫਿਰ ਉਹੀ ਚੀਜ਼ ਆ ਗਈ। ਇਹ ਚੀਜ਼ ਕਿੱਦਾਂ ਲੱਗਦੀ ਹੈ ਜੋ ਤੁਸੀਂ ਕਹਿ ਰਹੇ ਸੀ ਕਿ ਇੱਕ ਸਫ਼ਰ ਸੀ, ਜਦੋਂ ਸਟਾਰਟ ਕੀਤਾ ਸੀ ਕੋਈ ਕੁਐਸਚਨ ਨਹੀਂ ਸੀ ਪੁੱਛਦਾ ਜਾਂ ਕੋਈ ਗੱਲ ਨਹੀਂ ਕਰਦਾ ਸੀ। ਅੱਜ ਜਦੋਂ ਕੋਈ ਸਟੋਰੀ ਲਿਖੀ ਜਾਂਦੀ ਹੈ, ਸਭ ਤੋਂ ਪਹਿਲਾਂ ਨਾਮ ਆਉਂਦਾ ਜਿੱਦਾਂ ਕਿ ਤਾਨੀਆ ਉਸ ਦੇ ਲਈ ਪਰਫੈਕਟ ਸੀ। ਸੋ ਜਦੋਂ ਉਹ ਚੀਜ਼ ਪਤਾ ਲੱਗਦੀ ਕਿ ਨਹੀਂ, ਮੈਨੂੰ ਇਸ ਲਈ ਨਹੀਂ ਚੁਣਿਆ ਗਿਆ ਕਿਉਂਕਿ ਮੈਂ ਪਹਿਲਾਂ ਉਹ ਜਿਹਾ ਕਿਰਦਾਰ ਨਿਭਾਇਆ, ਇਸ ਲਈ ਚੁਣਿਆ ਗਿਆ ਕਿਉਂਕਿ ਲੱਗਦਾ ਹਾਂ ਇਸ ਤੋਂ ਬੈਟਰ ਕੋਈ ਨਹੀਂ ਕਰ ਸਕਦਾ। ਪਰ ਉਹ ਚੀਜ਼, ਉਹ ਖੁਸ਼ੀ ਕਿਸ ਤਰ੍ਹਾਂ ਦੀ ਰਹੀ? ਆਫ ਕੋਰਸ ਉਹ ਵਧੀਆ ਲੱਗਦਾ, ਵਾਈ ਨਾਟ। ਉਸੇ ਚੀਜ਼ ਲਈ ਮਿਹਨਤ ਕੀਤੀ ਸੀ ਵੀ ਕਦੀ ਇਹ ਚੀਜ਼ ਨੋਟਿਸ ਹੋਏਗੀ, ਚਾਹੇ ਇੰਨੇ ਕਰੈਕਟਰਸ ਤੋਂ, ਅਤੇ ਉਹ ਵਧੀਆ ਹੀ ਲੱਗਦਾ। ਪਰ ਇਹ ਫਿਲਮ ਆਈ ਥਿੰਕ ਮੈਨੂੰ ਤੇ ਜਸਰ ਨੂੰ ਲੱਗ ਗਏ 2 ਸਾਲ। ਮੈਂ ਰੱਬ ਦਾ ਰੇਡੀਓ 2 ਕੀਤੀ ਸੀ, ਬਹੁਤ ਛੋਟਾ ਜਿਹਾ ਹੀ ਉਹਦੇ 'ਚ ਕਰੈਕਟਰ ਕੀਤਾ ਸੀ ਰੱਜੀ ਦਾ। ਅਤੇ ਉਦੋਂ ਤੋਂ ਮੈਂ ਸਰ ਨੂੰ ਕਹਿੰਦੀ ਸੀ, ਕਿਉਂਕਿ ਮੈਨੂੰ ਸਰ ਦਾ ਜੋਨਰ ਵੈਸੇ ਹੀ ਬਹੁਤ ਪਸੰਦ ਹੈ ਵੀ ਇੰਨਾ ਨੀਟ ਐਂਡ ਕਲੀਨ। ਵੈਸੇ ਸਾਰੀਆਂ ਹੀ ਸਾਡੀਆਂ ਫਿਲਮਾਂ ਨੀਟ ਐਂਡ ਕਲੀਨ ਹੈ, ਬਟ ਉਹ ਮਿਠਾਸ ਵਾਲਾ ਹੈ। ਅਤੇ ਉਹਦੇ ਮਿਊਜ਼ਿਕ ਜਿਵੇਂ ਰੱਬ ਦਾ ਰੇਡੀਓ ਸੀ, ਬੰਬੂ ਕਾਰਡ ਤੁਸੀਂ ਦੇਖ ਲਓ, ਜੱਟ ਜੇਮਸ ਬੌਂਡ ਹੋ ਗਈ, ਦਾਣਾ ਪਾਣੀ ਵੇਖ ਲਓ, ਮੈਨੂੰ ਕੁਝ ਪਰਸਨਲੀ ਬਹੁਤ ਪਸੰਦ। ਅਤੇ ਮੈਨੂੰ ਰੱਬ ਦਾ ਰੇਡੀਓ ਬਹੁਤ ਹੀ ਪਸੰਦ ਸੀ। ਦੈਟ ਇਜ਼ ਵਾਈ ਮੈਨੂੰ ਸੀ ਵੀ ਰੱਬ ਦਾ ਰੇਡੀਓ 2 ਛੋਟਾ ਕਰੈਕਟਰ, ਇਟਸ ਓਕੇ, ਬਟ ਜਿਨ੍ਹਾਂ ਦੀ ਫਿਲਮ ਹੈ ਉਹਨਾਂ ਤੋਂ ਮੈਂ ਕੁਝ ਸਿੱਖੂੰਗੀ। ਮੈਂ ਸਾਰੀਆਂ ਫਿਲਮਾਂ ਸਾਰਾ ਕੁਝ ਤਾਂ ਕੀਤਾ ਵੀ ਮੈਂ ਕੁਝ ਤਾਂ ਸਿੱਖੂੰਗੀ ਨਾ। ਅਤੇ ਉਦੋਂ ਤੋਂ ਮੈਂ ਸਰ ਨੂੰ ਕਹਿੰਦੀ ਸੀ, ਸਰ ਫਿਲਮ ਕਰਾਂਗੇ, ਸਰ ਫਿਲਮ ਕਰਾਂਗੇ, ਪਰ ਇੰਨੀ ਪਿਆਰੀ ਫਿਲਮ ਕਰਾਂਗੇ ਇਹ ਤਾਂ ਮੈਂ ਵੀ ਨਹੀਂ ਸੀ ਸੋਚਿਆ। ਬਿਲਕੁਲ ਸਰ, ਉਹੀ ਗੱਲ ਕਿ ਤਾਨੀਆ, ਪਹਿਲੀ ਵਾਰ ਕਿੱਦਾਂ ਮੁਲਾਕਾਤ ਹੋਈ ਤਾਨੀਆ ਦੇ ਨਾਲ? ਪਹਿਲੀ ਵਾਰ ਜਦੋਂ ਤੁਸੀਂ ਮਿਲੇ ਕਿ ਹਾਂ ਐਕਟਰੈਸ ਹੈਗੀ ਹੈ ਕੁੜੀ ਜਿੰਨਾ ਕੰਮ ਕਰ ਸਕਦੀ ਪਤਾ ਨਹੀਂ, ਪਰ ਸਰ ਨੇ ਜਿਵੇਂ ਮੈਨੂੰ ਪਹਿਲੀ ਵਾਰੀ ਵੇਖਿਆ, ਸਰ ਦੇ ਮਾਈਂਡ 'ਚ ਮੈਂ ਉਵੇਂ ਦੀ ਨਹੀਂ ਸੀ। ਮੈਂ ਤਾਨੀਆ ਨੂੰ ਕਿਸਮਤ 'ਚ ਦੇਖਿਆ ਸੀ ਪਹਿਲੀ ਵਾਰ। ਇਹਨੇ ਉਹ ਜਾਂ ਦਾ ਕਿਰਦਾਰ ਐਡਾ ਸੋਹਣਾ ਇਹਨੇ ਕੀਤਾ ਜਾਂ ਬਾਈ ਜਗਦੀਪ ਉਹਨਾਂ ਨੇ ਕਰਵਾਇਆ। ਮੈਂ ਸੋਚਿਆ ਕਿ ਯਾਰ ਇਹ ਕੁੜੀ ਕਿੰਨੀ ਆਥੈਂਟਿਕ ਆ। ਮੈਂ ਸੋਚਿਆ ਇਹਨਾਂ ਨੇ ਸ਼ਾਇਦ ਜਿਵੇਂ ਸ਼ੂਟਿੰਗ 'ਤੇ ਆਪਾਂ ਗਏ ਹੁੰਦੇ ਹਾਂ ਅਤੇ ਆਪਾਂ ਸ਼ੂਟਿੰਗ 'ਤੇ ਇੱਕ ਸਕੂਟਰ ਦੀ ਲੋੜ ਹੁੰਦੀ, ਉੱਥੋਂ ਹੀ ਕਿਤੋਂ ਸਕੂਟਰ ਫੜ ਲੈਂਦੇ, ਪੁੱਛ ਲੈਂਦੇ ਪਿੰਡ 'ਚ ਵੀ ਹੈਗਾ ਕਿਸੇ ਕੋਲ। ਮੈਂ ਕਿਹਾ ਸ਼ਾਇਦ ਇਹਨਾਂ ਨੇ ਪੁੱਛਿਆ ਹੋਣਾ ਕਿ ਪਿੰਡ 'ਚ ਕੋਈ ਕੁੜੀ ਹੈਗੀ ਆ, ਕੋਈ 12ਵੀਂ 'ਚ ਪੜ੍ਹਦੀ ਹੋਣੀ ਆ, ਹੈ ਨਾ। ਮੈਂ ਕਿਹਾ ਯਾਰ ਇਹਨਾਂ ਨੇ ਉਹੀ ਕੁੜੀ ਲੈ ਲਈ ਵੀ ਕਿੰਨਾ ਵਧੀਆ ਕਿਰਦਾਰ ਆ, ਜਮਾਂ ਹੀ ਆਥੈਂਟਿਕ। ਅਤੇ ਬਾਅਦ 'ਚ ਮੈਂ ਜਦੋਂ ਰੱਬ ਦਾ ਰੇਡੀਓ 2 ਕਰ ਰਿਹਾ ਸੀ ਤਾਂ ਮਨਪ੍ਰੀਤ ਜੌਲ ਪ੍ਰੋਡਿਊਸਰ, ਉਹ ਮੈਨੂੰ ਕਹਿੰਦਾ ਇੱਕ ਕਿਰਦਾਰ ਦੇ ਵਿੱਚ, ਉਹ ਖਾਸ ਕਿਰਦਾਰ ਸੀਗਾ, ਓਬਵੀਅਸਲੀ ਮੇਨ ਲੀਡ ਜਿੰਨਾ ਕਿਰਦਾਰ ਖਾਸ ਨਹੀਂ ਸੀ ਪਰ ਉਹ ਖਾਸ ਸੀ। ਉਹ ਕਹਿੰਦਾ ਵੀ ਕੁੜੀ ਨਹੀਂ ਮਿਲ ਰਹੀ ਸੀ, ਉਹ ਕਹਿੰਦੇ ਜੀ ਤਾਨੀਆ। ਮੈਂ ਕਿਹਾ ਜੀ ਤਾਨੀਆ ਕੌਣ? ਕਹਿੰਦੇ ਜੀ ਤੁਸੀਂ ਕਿਸਮਤ ਦੇਖੀ। ਮੈਂ ਕਿਹਾ ਹਾਂ। ਮੈਂ ਕਿਹਾ ਅੱਛਾ ਉਹ ਕੁੜੀ? ਮੈਂ ਕਿਹਾ ਉਹ ਕੁੜੀ ਬਹੁਤ ਵਧੀਆ ਯਾਰ, ਉਹਨੂੰ ਮਿਲਦੇ ਆ। ਕਹਿੰਦੇ ਚਲੋ ਜੀ, ਉਹ ਕਾਮਾ ਹੋਟਲ 'ਚ ਰੁਕੀ ਹੋਈ, ਆਪਾਂ ਉੱਥੇ ਮਿਲਣ ਗਿਆ। ਕੁੜੀ ਅੰਦਰੋਂ ਨਿਕਲੀ, ਕੁੜੀ ਤਾਂ ਪੂਰੀ ਮੇਮ। ਮੈਂ ਸੋਚਿਆ ਕੋਈ ਪਿੰਡੂ ਜੀ ਕੁੜੀ ਹੋਣੀ ਹੈ ਨਾ। ਅਤੇ ਪਰ ਫਿਰ ਜਦੋਂ ਬੈਠੇ, ਜਦੋਂ ਇਹਨੇ ਗੱਲਾਂ ਕੀਤੀਆਂ ਮੇਰੇ ਨਾਲ, ਇਹ ਪਹਿਲਾਂ ਵੀ ਮੈਂ ਕਈ ਵਾਰ ਇਹ ਗੱਲ ਹੋਈ ਕਿ ਜਿਹੜੇ ਬੰਦੇ ਸਿਆਣੇ ਹੁੰਦੇ ਨੇ ਨਾ, ਉਹਨਾਂ ਦੀਆਂ, ਦੇਖੋ ਕੋਈ ਵੀ ਇਨਸਾਨ ਐਕਟਰ ਬਣ ਸਕਦਾ ਜੇ ਉਹਦੇ ਵਿੱਚ ਆਪਦੇ ਡਾਇਰੈਕਟਰ ਨੂੰ ਸਰੈਂਡਰ ਕਰਨ ਦੀ ਭਾਵਨਾ, ਉਹਦੇ ਵਿੱਚ ਈਗੋ ਨਹੀਂ ਹੈਗੀ, ਅਤੇ ਉਹ ਕੁਛ ਸਿੱਖਣ ਦਾ ਸ਼ੌਕੀਨ ਆ, ਅਤੇ ਥੋੜ੍ਹਾ ਜਿਹਾ ਅਕਲਮੰਦ ਆ, ਸਿਆਣਾ, ਐਵੇਂ ਚੱਕਵਾਂ ਜਿਹਾ ਨਹੀਂ ਹੈਗਾ। ਜਦੋਂ ਇਹ ਆ ਕੇ ਬੈਠੀ ਤਾਂ ਇਹ ਅਕਲਮੰਦ ਸੀ, ਸਿਆਣੀ ਸੀ, ਇਹ 'ਚ ਸਿੱਖਣ ਦੀ ਭਾਵਨਾ ਸੀ, ਅਤੇ ਇਹਦੀ ਬਾਡੀ ਲੈਂਗੁਏਜ ਤੋਂ ਮੈਨੂੰ ਪਤਾ ਸੀਗਾ ਕਿ ਇਹ ਸਰੈਂਡਰ ਕਰ ਸਕਦੀ ਹੈ। ਅਤੇ ਮੈਂ ਕਿਹਾ ਇਹੀ ਕੁੜੀ। ਉਹ ਤੋਂ ਬਾਅਦ ਮੈਨੂੰ ਹਲੇ ਵੀ ਯਾਦ ਆ ਕਿ ਮੈਨੂੰ ਮਨਪ੍ਰੀਤ ਜੌਲ ਨੇ ਬਾਅਦ ਕਿਹਾ, ਕਹਿੰਦਾ ਬਾਈ ਉਹ ਤਾਂ ਪੈਸੇ ਜ਼ਿਆਦਾ ਮੰਗ ਰਹੀ ਹੈ, ਕਹਿੰਦਾ ਰਹਿਣ ਦਿਓ। ਮੈਂ ਕਿਹਾ ਨਹੀਂ ਯਾਰ, ਆਪਾਂ ਲੈਣੀ ਉਹ ਆ। ਜਦੋਂ ਇਹ ਕੀ ਗੱਲ ਹੋਈ, ਕੁੜੀ ਉਹ ਲੈਣੀ ਆ, ਠੀਕ ਆ। ਅਤੇ ਚਲੋ ਉਹ ਹੁਣ ਉਹ ਜੌਲ ਸਾਹਿਬ ਜਾਣਦੇ ਨੇ, ਇਹ ਜਾਣਦੇ ਨੇ ਕਿੰਨੇ ਪੈਸੇ 'ਚ ਗੱਲ ਹੋਈ, ਠੀਕ ਆ। ਕੁੜੀ ਆ ਗਈ ਜੀ। ਉਹ ਤੋਂ ਬਾਅਦ ਮੈਂ ਦੇਖਿਆ ਯਾਰ ਐਕਟਿੰਗ ਬਹੁਤ ਸੋਹਣੀ ਕਰਦੀ ਆ, ਅਤੇ ਸੁਭਾਅ ਬਹੁਤ ਸੋਹਣਾ। ਇਹਦਾ ਨੇਚਰ ਕੁੜੀ ਦਾ ਬਹੁਤ ਹੀ ਚੰਗਾ, ਤਾਨੀਆ ਦਾ। ਸਾਰੇ ਉੱਥੇ ਬੱਚੇ, ਮੇਰੇ ਸੈੱਟ 'ਤੇ ਨਾ ਮੇਰੀ ਬੱਚਿਆਂ ਨਾਲ ਬਹੁਤ ਦੋਸਤੀ ਹੁੰਦੀ ਹੈ, ਅਤੇ ਉਹ ਸੈੱਟ ਤੋਂ ਬਾਅਦ ਜਦੋਂ ਮੈਂ ਵਿਹਲਾ ਜਿਹਾ ਹੁੰਦਾ, ਮੈਂ ਬੱਚਿਆਂ ਨਾਲ ਗੱਲਾਂ ਮਾਰਨਾ। ਮੈਂ ਪੁੱਛਿਆ, ਮੈਂ ਯਾਰ ਬੱਚੇ ਇੰਨੇ ਸੀ ਆਪਣੀ ਫਿਲਮ 'ਚ ਕਿੱਧਰ ਗਏ? ਕਹਿੰਦੇ ਜੀ ਉਹ ਤਾਂ ਤਾਨੀਆ ਦੀ ਵੈਂਟੀ 'ਚ ਨੇ। ਅਤੇ ਫਿਰ ਮੈਂ ਵੀ ਚਲੇ ਜਾਣਾ। ਅਸੀਂ ਲੁੱਡੋ ਖੇਡਦੇ ਰਹਿੰਦੇ ਹੁੰਦੇ ਸੀ, ਮੈਂ, ਉਹ ਇੱਕ ਬੱਚਾ ਸਮੀਪ, ਤਾਨੀਆ, ਹੋਰ ਬੱਚੇ। ਸਰਦੀਆਂ 'ਚ ਬਹੁਤ ਵਧੀਆ ਟਾਈਮ 'ਚ ਉਹ ਵਾਕਈ। ਹੁਣ ਅਸੀਂ ਜੇ ਰਿਮਾਈਂਡ ਕਰੀਏ, ਉਹ ਬੈਸਟ ਟਾਈਮ ਸੀ ਲਾਈਫ ਦਾ।
ਬਿਲਕੁਲ। ਸੋ ਕਹਿੰਦੇ ਨੇ ਆਰਟਿਸਟ ਇੱਕ ਜੋ ਸਟੈਬਲਿਸ਼ ਆਰਟਿਸਟ ਹੁੰਦਾ, ਉਹਨਾਂ ਨਾਲ ਕੰਮ ਕਰਨ 'ਚ ਤਾਂ ਚਲੋ ਹੈ, ਲੇਕਿਨ ਨਵੇਂ ਆਰਟਿਸਟ ਲੈਣ 'ਚ ਕਿਤੇ ਨਾ ਕਿਤੇ ਇੱਕ ਰਿਸਕ ਵੀ ਹੁੰਦਾ ਹੈ ਕਿ ਉਸ ਚੀਜ਼ ਨੂੰ ਬਾਖੂਬੀ ਨਿਭਾਉਣ ਪਾਉਣਗੇ ਜਾਂ ਨਹੀਂ ਪਾਉਣਗੇ। ਸੋ ਇਸ ਦੇ ਵਿੱਚ ਨੂਰ ਦੀ ਗੱਲ ਕਰ ਲਈਏ, ਉਹ ਇਸ ਦੇ ਵਿੱਚ ਨਵੇਂ ਨੇ, ਫਸਟ ਫਿਲਮ ਹੈ। ਕਿਸ ਤਰ੍ਹਾਂ ਰਿਹਾ ਉਹਨਾਂ ਦੇ ਨਾਲ ਐਕਸਪੀਰੀਅੰਸ? ਨੂਰ ਤੱਕ ਕਿਸ ਤਰ੍ਹਾਂ ਲੱਗਾ ਕਿ ਹਾਂ ਨੂਰ ਇਸ ਫਿਲਮ ਦੇ ਵਿੱਚ ਕੰਮ ਕਰ ਸਕਦੀ ਹੈ? ਨੂਰ ਨੂੰ ਆਡੀਸ਼ਨ ਲਿਆ ਸੀਗਾ। ਨੂਰ ਦੀ ਲੁੱਕ ਫਿਲਮ 'ਚ ਜਾਂਦੀ ਸੀ। ਨੂਰ ਦੀ ਇੱਕ ਨਾ ਕਿਤੇ ਇੱਕ ਰॉ ਲੁੱਕ, ਮਤਲਬ ਕੁੜੀ ਤਾਂ ਸੋਹਣੀ ਆ ਬਹੁਤ ਉਹ, ਪਰ ਉਹਦੀ ਇੱਕ ਨਾ ਪਿੰਡਾਂ ਵਾਲੀ ਇੱਕ ਰॉ ਲੁੱਕ ਸੀ ਜੋ ਮੈਨੂੰ ਸਿੰਮੀ 'ਚ ਵੀ ਦਿਖੀ ਸੀ ਬਹੁਤ ਪਹਿਲਾਂ, ਹੈ ਨਾ, ਸ਼ੁਰੂ 'ਚ, ਹੁਣ ਵੀ ਹੈਗੀ ਆ, ਉਦੋਂ ਸ਼ੁਰੂ 'ਚ ਮੈਂ ਨੋਟਿਸ ਕੀਤੀ ਸੀ, ਅਤੇ ਉਹ ਮੈਨੂੰ ਨੂਰ 'ਚ ਵੀ ਦਿਖੀ ਸੀ। ਪਰ ਹੁਣ ਸਵਾਲ ਸੀਗਾ ਕਿ ਅੱਛਾ, ਨੂਰ ਦੀ ਆਵਾਜ਼ ਵੀ ਸੋਹਣੀ ਹੈ, ਗੱਲ ਕਰਦੀ ਉਦੋਂ ਵੀ ਸੋਹਣੀ ਆਵਾਜ਼ ਆ, ਹੁਣ ਸ਼ਬਦਾਂ ਦਾ ਉਚਾਰਨ ਵੀ ਸੋਹਣਾ, ਪੰਜਾਬੀ ਬਹੁਤ ਸੋਹਣੀ ਬੋਲਦੀ ਆ। ਹੁਣ ਸਵਾਲ ਸੀ ਕਿ ਨੂਰ ਐਕਟਿੰਗ ਕਰ ਪਾਊਗੀ ਕਿ ਨਹੀਂ। ਨੂਰ ਨੂੰ ਆਡੀਸ਼ਨ ਕੀਤਾ ਗਿਆ, ਉਸ ਕੁੜੀ ਨੇ ਆਡੀਸ਼ਨ 'ਚ ਬਹੁਤ ਵਧੀਆ ਕੀਤਾ। ਅੱਧੀ ਆਡੀਸ਼ਨ 'ਤੇ ਮੈਂ ਕਿਹਾ ਵੀ ਨੂਰ ਤੂੰ ਡਨ ਆ ਮਾਮਲਾ। ਅਤੇ ਨੂਰ ਨਾਲ ਐਕਟ ਕਰਦੇ ਹੋਏ, ਨੂਰ ਨਾਲ ਡਾਇਰੈਕਟ ਕਰਦੇ ਹੋਏ ਲੱਗਿਆ ਹੀ ਨਹੀਂ ਕਿ ਮੈਂ ਕਿਸੇ ਨਿਊ ਕਮਰ ਨਾਲ ਕੰਮ ਕਰ ਰਿਹਾ, ਲੱਗਿਆ ਕਿ ਇਹਨੂੰ ਆਉਂਦਾ ਸਾਰਾ ਕੁਛ। ਸੋ ਵਧੀਆ ਰਿਹਾ ਬਹੁਤ। ਕਿਉਂਕਿ ਮਿਊਜ਼ਿਕ ਨੂੰ ਲੈ ਕੇ ਫਿਲਮ ਆ, ਇਸ ਲਈ ਨੂਰ ਦਾ ਨੂਰ ਪਹਿਲੀ ਵਾਰ ਆਈ ਫੀਲ 'ਚ, ਕਿਉਂਕਿ ਉਹ ਗਾਉਂਦੀ ਬਹੁਤ ਸੋਹਣਾ ਹੈ ਔਰ ਨੂਰ ਸੋਹਣੀ ਵੀ ਆ, ਐਕਟ ਵੀ ਕਰ ਸਕਦੀ ਹੈ। ਸੋ ਇਸ ਲਈ ਆਏ, ਜਾਂ ਫਿਰ ਨਹੀਂ ਨੂਰ ਕੋ ਟਰਾਈ ਕਰ ਲੈਣੇ ਕਿ ਹਾਂ ਨੂਰ ਕਰ ਸਕਦੀ ਹੈ? ਨਹੀਂ, ਨੂਰ ਦਾ ਚਿਹਰਾ ਬੜਾ ਇੰਟਰਸਟਿੰਗ ਸੀਗਾ ਆਪਣੇ ਕਿਰਦਾਰ ਵਾਸਤੇ। ਨੂਰ ਦੀ ਭਾਸ਼ਾ ਵਧੀਆ ਸੀਗੀ, ਅਤੇ ਫਿਰ ਹਾਂ ਓਬਵੀਅਸਲੀ ਗਾਉਂਦੀ ਹੈ, ਅਤੇ ਫਿਰ ਆਡੀਸ਼ਨ ਵੀ ਲਈ, ਆਡੀਸ਼ਨ ਵੀ ਉਹਨੇ ਸੋਹਣੀ ਕੀਤੀ। ਸੋ ਉਹ ਤੋਂ ਬਾਅਦ ਕੰਮ ਵੀ ਬਹੁਤ ਵਧੀਆ ਕੀਤਾ। ਸਗੋਂ ਨੂਰ ਕਰਕੇ ਸਾਡੇ ਮਿਊਜ਼ਿਕ ਬੜਾ ਇਨਹੈਂਸ ਹੋਇਆ। ਸਾਡਾ ਮਿਊਜ਼ਿਕ ਜੇ 7 ਨੰਬਰ ਸੀ ਤਾਂ 10 ਨੰਬਰ ਹੋ ਗਿਆ। ਇਹਦੇ 'ਚ ਨੂਰ ਦਾ ਹੱਥ ਹੈ ਬਹੁਤ। ਸੋ ਤਾਨੀਆ ਗੱਲ ਕਰਦੇ ਕਿ ਅਗਰ ਖੁਦ ਤੁਸੀਂ ਅੱਜ ਸਾਰੇ ਤਾਨੀਆ ਨੂੰ ਬਹੁਤ ਪਸੰਦ ਕਰਦੇ ਨੇ, ਕੁੜੀਆਂ ਦੀ ਗੱਲ ਕਰੀਏ ਫੈਸ਼ਨ ਨੂੰ ਲੈ ਕੇ, ਫਿਟਨੈਸ ਲੈ ਕੇ, ਤਾਨੀਆ ਕਿਹਨੂੰ ਫੋਲੋ ਕਰਦੀ ਹੈ ਇੰਡਸਟਰੀ ਦੇ ਵਿੱਚ? ਗੱਲ ਕਰ ਲਈ ਕਿਸੇ ਵੀ ਐਕਟਰੈਸ ਨੂੰ ਸਾਡੀ ਇੰਡਸਟਰੀ 'ਚ ਮੈਂ ਐਡਮਾਇਰ ਕਰਦੀ ਹਾਂ 2 ਜਣਿਆਂ ਨੂੰ, ਤਾਂ ਬਹੁਤ ਐਡਮਾਇਰ ਕਰਦੀ ਹਾਂ ਜੀ। ਮੈਂ ਇੱਕ ਸੋਨਮ ਨੂੰ, ਬਿਕਾਜ਼ ਮੈਂ ਗੁੱਡੀਆਂ ਪਟੋਲੇ ਕੀਤੀ ਸੀ ਉਹਨਾਂ ਨਾਲ, ਸੋ ਮੈਂ ਹਮੇਸ਼ਾ ਉਹਨਾਂ ਨੂੰ ਆਪਦੇ ਤੋਂ ਉੱਤੇ ਰੱਖਦੀ ਹਾਂ ਵੀ ਮੈਂ ਜੈਨੂਅਨਲੀ ਐਡਮਾਇਰ ਕਰਦੀ ਹਾਂ। ਐਂਡ ਦੈਨ ਮੈਂਡੀ ਨਾਲ ਮੈਂ ਜਿੰਨੀ ਵਾਰੀ ਵੀ ਮਿਲੀ ਹਾਂ, ਜਦ ਕਿ ਅਸੀਂ ਕੰਮ ਨਹੀਂ ਕੀਤਾ ਇਕੱਠੇ ਕਦੀ, ਐਂਡ ਮੈਂ ਮੈਂਡੀ ਨੂੰ ਪਹਿਲੀ ਵਾਰੀ ਸੋਨਮ ਦੇ ਸ਼ੋਅ 'ਤੇ ਦਿਲ ਦੀਆਂ ਗੱਲਾਂ 'ਤੇ ਮਿਲੀ ਸੀ। ਸੋ ਉਸ ਤੋਂ ਬਾਅਦ ਤੋਂ ਹੁਣ ਤੱਕ ਦਾ ਮੇਰਾ ਅਤੇ ਮੈਂਡੀ ਦਾ ਟੱਚਵੁੱਡ ਬਹੁਤ ਪਿਆਰਾ, ਬਹੁਤ। ਦੋਨੋਂ ਮੈਂਡੀ ਦੇ ਫੈਨ ਆ। ਅਸੀਂ ਅੱਧਾ ਘੰਟਾ ਬਹਿ ਕੇ ਮੈਂਡੀ ਦੀਆਂ ਤਾਰੀਫਾਂ ਕਰ ਲੈਣੇ। ਐਂਡ ਮੈਂ ਤੁਹਾਨੂੰ ਦੱਸਾਂ, ਮੈਨੂੰ ਮੈਂਡੀ ਕਿਦੋਂ ਤੋਂ ਪਸੰਦ ਹੈ, ਜਦੋਂ ਮੈਂ ਉਹ ਗਾਣਾ ਸੁਣਿਆ ਸੀ, ਮੇਰੀ ਅੱਖੀਆਂ 'ਚ ਹੱਸਦਿਆ ਸੱਜਣਾ ਮੇਰੇ ਦਿਲ ਵਿੱਚ ਵਸਦਿਆ ਸੀ। ਮੈਂ ਕਿਹਾ ਯਾਰ ਮੈਂਡੀ, ਮਤਲਬ ਉਦੋਂ ਤਾਂ ਮੇਰਾ ਕੋਈ ਇੰਡਸਟਰੀ 'ਚ ਲਿੰਕ ਨਹੀਂ ਸੀ, ਫਿਰ ਕੋਈ ਇੰਨਾ ਸੋਹਣਾ ਕਿੱਦਾਂ ਹੋ ਸਕਦਾ। ਸੋ ਮੈਨੂੰ ਮੈਂਡੀ ਉਦੋਂ ਤੋਂ ਬਹੁਤ ਪਸੰਦ ਹੈ। ਸੋ ਦੀਜ਼ 2 ਪੀਪਲ। ਸੋ ਫਿਰ ਹੁਣ ਥੋੜ੍ਹਾ ਜਿਹਾ ਗਾਣਾ ਤਾਂ ਗਾ ਹੀ ਦਿੱਤਾ ਤਾਨੀਆ ਨੇ, ਪੂਰਾ ਹੀ ਗਵਾ ਲੈਂਦੇ ਆ ਤਾਨੀਆ ਕੋਲੋਂ, ਕਿਉਂਕਿ ਫਿਲਮ ਦੇ ਵਿੱਚ ਤਾਨੀਆ ਨੇ ਗਾਣਾ ਤਾਂ ਗਾਇਆ ਹੈ। ਫਿਲਮ ਦੇ ਵਿੱਚ ਮੈਂ ਐਕਟ ਕਰਨ ਲਈ ਪ੍ਰੋਪਰ ਆਵਾਜ਼ ਨਾਲ ਗਾਣਾ ਗਾਇਆ, ਪਰ ਮੇਰੀ ਬਹੁਤ ਸੋਹਣੀ ਆਵਾਜ਼ ਮੇਰੇ ਕਰੈਕਟਰ ਦਾ ਪਲੇਬੈਕ ਜੋਤਿਕਾ ਨੇ ਕੀਤਾ। ਜੋਤਿਕਾ ਤੇ ਨੂਰ ਨੇ ਬਹੁਤ ਸੋਹਣੇ ਗਾਣੇ ਗਾਏ। ਸਰਗੀ ਮਾਨ ਨੇ ਇੱਕ ਗਾਣਾ ਗਾਇਆ, ਬਹੁਤ ਸੋਹਣਾ ਗਾਣਾ ਗਾਇਆ। ਸੋ ਹਰਮਨ ਨੇ ਲਿਰਿਕਸ ਦਿੱਤੇ ਆ ਜੀ ਸਾਡੇ ਸਾਰੇ ਗਾਣਿਆਂ ਨੂੰ, ਬਹੁਤ ਪਿਆਰੇ ਹਰਮਨ ਲਿਰਿਕਸ ਆ, ਥੈਂਕ ਯੂ। ਐਂਡ ਐਵੀ ਨੇ, ਜੈਦੇਵ ਸਰ ਨੇ ਬਹੁਤ ਸੋਹਣਾ ਮਿਊਜ਼ਿਕ ਦਿੱਤਾ ਹੈ। ਸੋ ਗਾਣਿਆਂ ਦਾ, ਮਿਊਜ਼ਿਕ ਦਾ ਸਾਰਾ ਕ੍ਰੈਡਿਟ ਉੱਧਰ ਹੈ, ਐਕਟਿੰਗ ਦਾ ਮੈਂ ਲੈ ਸਕਦੀ ਹਾਂ। ਐਂਡ ਉਸ ਤੋਂ ਬਾਅਦ ਰਾਈਟਿੰਗ, ਡਾਇਰੈਕਟਿੰਗ, ਬਾਕੀ ਸਾਰਾ ਕੁਛ, ਐਵਰੀਥਿੰਗ ਗੋਜ਼ ਟੂ ਰਾਈਟਰ ਐਂਡ ਡਾਇਰੈਕਟਰ। ਜੈਨੂਅਲੀ ਕਹਿੰਦੇ ਨਾ, ਅ ਡਾਇਰੈਕਟਰ ਇਜ਼ ਦੀ ਕੈਪਟਨ ਆਫ ਦ ਸ਼ਿਪ। ਸਾਡੀ ਫਿਲਮ ਦਾ ਉਹੀ ਹੈ ਸਿਸਟਮ। ਸਰ ਮੈਨੂੰ ਯਾਦ ਹੈ ਪਹਿਲੀ ਵਾਰੀ ਜਦੋਂ ਫਿਲਮ ਦੀ ਗੱਲ ਹੋਈ ਸੀ, ਸਰ ਕਹਿੰਦੇ ਸੀ ਮੈਂ ਨਾ ਪੇਂਟਿੰਗ ਬਣਾ ਰਹਾ ਹਾਂ, ਨਾ ਫਿਲਮ ਨਹੀਂ ਬਣਾ ਰਹਾ। ਅਤੇ ਅੱਜ ਸੱਚੀ ਤੁਸੀਂ ਪੋਸਟਰ ਤੋਂ ਲੈ ਕੇ ਗਾਣੇ ਵੇਖੋ, ਤੁਸੀਂ ਸਿਨੇਮੈਟੋਗ੍ਰਾਫੀ ਵੇਖਣਾ ਜੋ ਸਰ ਨੇ ਕਰਵਾਈ ਹੈ, ਰਵੀ ਸਰ ਨੇ ਬਹੁਤ ਸੋਹਣਾ ਕੰਮ ਕੀਤਾ, ਉਹ ਪੇਂਟਿੰਗ ਹੀ ਬਣੀ ਹੈ। ਜਿੰਨੀ ਵਾਰੀ ਵੀ ਵੇਖ ਲਓ ਐਂ ਲੱਗਦਾ ਕਿ ਇੰਨਾ ਖੂਬਸੂਰਤ ਹੈ ਸਾਰਾ ਕੁਝ। ਲੋਕੇਸ਼ਨਸ ਹੀ ਕਿੱਥੋਂ ਇਹਨਾਂ ਨੇ ਸ਼ਾਇਦ ਸੈੱਟ ਲਾਇਆ ਹੋਏਗਾ, ਪਰ ਉਹ ਓਰੀਜਨਲ ਲੋਕੇਸ਼ਨਸ ਨੇ, ਬਟ ਉਹ ਸਿਰਫ ਇੱਕ ਸਰ ਦਾ ਵਿਜ਼ਨ ਸੀ ਕਿ ਅਸੀਂ ਇਹ ਚੀਜ਼ ਰਿਕਾਰਡ ਕਰਕੇ ਦਿਖਾਣੀ ਹੈ। ਸੋ ਇੱਦਾਂ ਕ੍ਰੈਡਿਟਸ ਬਣਨੇ ਜੀ, ਮੈਂ ਸਿੰਗਿੰਗ ਦਾ ਕ੍ਰੈਡਿਟ ਨਹੀਂ ਲੈ ਸਕਦੀ। ਸੋ ਅੱਗੇ ਸੋਚਿਆ ਨਹੀਂ, ਕਿਉਂਕਿ ਅੱਜ ਕੱਲ੍ਹ ਤਾਂ ਸਾਰੇ ਹੌਲੀ ਹੌਲੀ ਸਿੰਗਿੰਗ ਕਰ ਰਹੇ ਨੇ। ਸੋ ਤਾਨੀਆ ਨੇ ਸੋਚਿਆ ਕਿ ਹਾਂ ਮੈਂ ਟਰਾਈ ਕਰ, ਕਿਉਂਕਿ ਮੈਂ ਤੁਹਾਡਾ ਲਾਈਵ ਦੇਖ ਰਹੀ ਸੀ ਪਰਸੋਂ, ਗਾਣੇ ਗਾ ਰਹੀ ਸੀ ਤਾਨੀਆ ਪੂਰੇ। ਗਾਣਾ ਕੌਣ ਨਹੀਂ ਗਾਉਂਦਾ, ਹਰ ਕੋਈ ਗਾਉਂਦਾ। ਜ਼ਰੂਰੀ ਥੋੜ੍ਹੀ ਪ੍ਰੋਫੈਸ਼ਨਲ ਸਿੰਗਰ ਹੋਣਾ ਜ਼ਰੂਰੀ ਹੈ। ਬਾਥਰੂਮ 'ਚ ਗਾਉਂਦਾ, ਮੈਂ ਆਪਣੀ ਮੰਮੀ ਨੂੰ ਗਾਉਂਦਿਆਂ ਸੁਣਿਆ, ਮੈਂ ਆਪਣੇ ਪਾਪਾ ਨੂੰ ਗਾਉਂਦਿਆਂ ਸੁਣਿਆ। ਸੋ ਗਾਣਾ ਹਰ ਕੋਈ ਗਾਉਂਦਾ। ਮੈਂ ਪ੍ਰੋਫੈਸ਼ਨਲੀ ਇਸ ਫੀਲਡ ਨੂੰ ਕਰੀਅਰ ਬਣਾਉਣ ਦਾ ਨਹੀਂ ਸੋਚਿਆ। ਮੈਨੂੰ ਲੱਗਦਾ ਵੀ ਐਕਟਿੰਗ ਹੈ, ਮੇਰੇ ਕੋਲ ਸਕਿੱਲ ਹੈ, ਮੈਂ ਉਹਨੂੰ ਹੋਰ ਪੋਲਿਸ਼ ਕਰੂੰਗੀ, ਹੋਰ ਵਧੀਆ ਕਰੂੰਗੀ ਵੀ ਉਸ ਕਰੈਕਟਰ 'ਚ ਮੈਂ ਕੁਛ ਵੀ ਮੇਰੇ ਤੋਂ ਪਲੇ ਕਰਵਾ ਲਓ।
ਡਾਂਸਿੰਗ ਮੇਰੇ ਕੋਲ ਸਕਿੱਲ ਹੈ, ਮੈਂ ਉਹਨੂੰ ਪੋਲਿਸ਼ ਕਰੂੰਗੀ ਵੀ ਜੋ ਮੇਰੀ ਬੋਡੀ ਨੂੰ ਹੋਰ ਸਿੰਕ ਕਰੇ, ਹੋਰ ਵਧੀਆ ਫਲੈਕਸੀਬਿਲਿਟੀ ਆਏ। ਬਟ ਇਹਨੂੰ ਮੈਂ ਪ੍ਰੋਫੈਸ਼ਨਲੀ ਲੈਣ ਨੂੰ ਨਹੀਂ ਸੋਚਿਆ। ਬਟ ਗਾਣਾ ਇਜ਼ ਸਮਥਿੰਗ ਜਿਹੜਾ ਬੰਦਾ ਧਰਤੀ 'ਤੇ ਜੰਮਿਆ ਹੈ, ਜਾਨਵਰ ਹੋਵੇ ਇਨਸਾਨ ਹੋਵੇ, ਜਿਹਦੇ 'ਚ ਵੀ ਆਤਮਾ ਹੈ, ਸੋਲ ਹੈ, ਮਰਨ ਤੱਕ ਉਹਦੇ ਅੰਦਰ ਸੰਗੀਤ ਰਹਿੰਦਾ ਹੈ। ਤੁਸੀਂ ਗੁਣਗੁਣਾਉਂਦੇ ਤਾਂ ਸੁਣ ਹੀ ਲਓਗੇ, ਖੜੂਸ ਤੋਂ ਖੜੂਸ ਬੰਦੇ ਨੂੰ ਵੀ ਐਟ ਪੁਆਇੰਟਸ ਤੁਸੀਂ ਗੁਣਗੁਣਾਉਂਦੇ ਸੁਣਿਆ ਹੀ ਹੋਏਗਾ। ਸੋ ਉਹ ਸਿਸਟਮ ਹੈ। ਹਾਂ ਗਾਣਾ ਮੈਂ ਗਾਉਂਦੀ ਹਾਂ ਪਰ ਮੈਂ ਪ੍ਰੋਫੈਸ਼ਨਲੀ ਨਹੀਂ ਗਾਉਂਦੀ। ਜਿੱਦਾਂ ਵੀ ਗਾਣਾ ਮੈਂ ਤੇ ਸਰ ਅਸੀਂ ਇਕੱਠੇ ਗਾ ਲਾਂਗੇ, ਕਿਉਂਕਿ ਬਾਜੇ ਦਾ ਸਿੱਟਾ ਗਾਣਾ ਸੀ। ਚਲੋ ਵਿੱਚ ਹੀ ਰੱਖ ਲੈਣੇ ਮਾਈਕ, ਸੋ ਵੀ ਬਹੁਤ ਦਿਲ ਮੇਰਾ ਹੈ ਕੱਚੀ ਦਿਲ ਮੇਰਾ ਹੈ ਕੱਚ ਦੀ ਕੋਠੀ ਨਾਜ਼ੁਕ ਨਾਜ਼ੁਕ ਕਲੀਆਂ। ਦਿਲ ਮੇਰਾ ਹੈ ਕੱਚ ਦੀ ਕੋਠੀ ਨਾਜ਼ੁਕ ਨਾਜ਼ੁਕ ਕੰਧਾਂ, ਟੁੱਟ ਨਾ ਜਾਵੇ ਕੋਲਾ ਕੋਈ, ਬੋਲ ਨਾ ਬੋਲੀ ਮੰਦਾ, ਜਦੋਂ ਮੈਂ ਅੰਦਰ ਜਾਵਾਂ ਤੇਰੀਆਂ ਸਰ ਤੋਂ ਇਹ ਸੁਣ ਲਓ, ਬਾਕੀ ਮੈਂ ਸੁਣਾਉਂਦਾ। ਹਾਂ ਦਿਲ ਮੇਰਾ ਹੈ ਕੱਚ ਦੀ ਕੋਠੀ ਨਾਜ਼ੁਕ ਨਾਜ਼ੁਕ ਕੰਧਾਂ, ਟੁੱਟ ਨਾ ਜਾਵੇ ਕੋਲਾ ਕੋਈ, ਬੋਲ ਨਾ ਬੋਲੀ ਮੰਦਾ, ਜਦੋਂ ਮੈਂ ਅੰਦਰ ਜਾਵਾਂ ਤੇਰੀਆਂ ਆਉਣ ਸਦਾਵਾਂ, ਮੇਰੇ ਦਿਲ ਵਿੱਚ ਯਾਰਾ ਵੇ ਤੂੰ ਪੱਕੇ ਪੈਰੀ ਬੋੜਿਆ, ਬਾਜਰੇ ਦਾ ਸਿੱਟਾ। ਬਾਜਰੇ ਦਾ ਸਿੱਟਾ, ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ, ਰੁੱਠੜਾ ਜਾਂਦਾ ਮਾਈਆਂ, ਰੁੱਠੜਾ ਜਾਂਦਾ ਮਾਈਆਂ ਵੇ ਅਸਾਂ ਗਲੀ ਵਿੱਚੋਂ ਮੋੜਿਆ, ਬਾਜਰੇ ਦਾ ਸਿੱਟਾ। ਕੀ ਬਾਤ ਹੈ। ਸੁਣ ਲਿਆ ਸੀ ਤਾਨੀਆ ਕੋਲ ਵੀ ਹੁਣ ਗਾਣਾ। ਇੱਕ ਛੋਟਾ ਜਿਹਾ ਮਤਲਬ ਗੇਮ ਖੇਲ ਲੈਂਦੇ ਹਾਂ। ਮੈਂ ਕੁਝ ਆਰਟਿਸਟ ਦੇ ਨਾਮ ਲਵਾਂਗੀ, ਤੁਸੀਂ ਇੱਕ ਇਹੋ ਜਿਹੀ ਚੀਜ਼ ਜੋ ਉਹਨਾਂ ਕੋਲੋਂ ਐਡਵਾਈਸ ਜੋ ਉਹਨਾਂ ਕੋਲੋਂ ਲਓਗੇ, ਔਰ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਕੋਈ ਐਡਵਾਈਸ ਦੇਣਾ ਚਾਹੋਗੇ, ਕੋਈ ਇੱਕ ਚੀਜ਼, ਕੋਈ ਛੋਟੀ ਜਿਹੀ ਐਡਵਾਈਸ ਤੁਹਾਡੀ ਫੇਵਰਿਟ ਆਲ ਟਾਈਮ। ਦੇ ਨਹੀਂ ਸਕਦੀ ਐਡਵਾਈਸ ਵੀ, ਮੈਨੂੰ ਨਹੀਂ ਲੱਗਦਾ ਵੀ ਹਰ ਬੰਦਾ ਆਪਣੇ ਆਪ 'ਚ ਸੰਪੂਰਨ ਹੈ। ਮੈਂ ਲੈਣਾ ਕੀ ਚਾਹੂੰਗੀ ਐਡਵਾਈਸ 'ਚ ਉਹ ਪੁੱਛ ਲਓ। ਠੀਕ ਹੈ, ਉਹੀ ਗੱਲ। ਮੈਂਡੀ ਤੁਹਾਡੀ ਫੇਵਰਿਟ। ਮੈਂਡੀ ਤੋਂ ਮਿਠਾਸ, ਸ਼ੀ ਇਜ਼ ਕਿਊਟ। ਓਕੇ। ਬੱਬੂ ਮਾਨ। ਬੱਬੂ ਮਾਨ ਜੀ ਦੀ ਫੈਨ ਫੋਲੋਇੰਗ ਸਾਰੀ ਲੈ ਲੈਣੀ ਮੈਂ, ਕੱਟੜ ਫੈਨ ਫੋਲੋਇੰਗ। ਬਿਲਕੁਲ। ਤਰਸੇਮ ਜੱਸਰ। ਉਹਨਾਂ ਦੀ ਪਰਸਨੈਲਿਟੀ, ਰਣਜੀਤ ਬਾਵਾ। ਉਹਨਾਂ ਦੀ ਸੈਂਸ ਆਫ ਹਿਊਮਰ ਐਂਡ ਕਾਮੇਡੀ ਦੀ ਟਾਈਮਿੰਗ ਬਹੁਤ ਸੋਹਣੀ ਹੈ। ਸੋ ਤੁਹਾਡੇ ਕੋ ਸਟਾਰ ਐਮੀ। ਐਮੀ ਵਿਰਕ ਦਾ ਸਟਾਰਡਮ ਹੀ ਲੈ ਲੈਣਾ ਯਾਰ, ਸਾਰਾ ਦਾ ਸਾਰਾ ਸਾਰਾ ਸਟਾਰਡਮ ਮੇਰਾ। ਉਹੀ ਸਰਗੁਣ ਕਹਿ ਰਹੀ ਸੀ, ਇੱਕ ਵਾਰੀ ਸੀ ਇੰਟਰਵਿਊ ਦੇਖ ਰਹੀ, ਸਰਗੁਣ ਕਹਿੰਦੀ ਕਿ ਜਦੋਂ ਮੈਂ ਇੰਡਸਟਰੀ 'ਚ ਆਈ ਮੈਨੂੰ ਲੱਗਾ ਬਈ ਇਹ ਬੰਦਾ ਤਾਂ ਨਾ ਮਤਲਬ ਇਹਦੇ ਕੋਲ ਹੀ ਆ, ਫੈਸ਼ਨ ਕਰ ਲਓ, ਪਤਾ ਹੈ ਕਿਸ ਤਰ੍ਹਾਂ ਰਹਿਣਾ ਹੈ। ਤੁਹਾਨੂੰ ਵੀ ਐਮੀ ਦਾ ਉਹ ਦਿਲੋਂ ਸਟਾਰ ਹੈ ਬੰਦਾ, ਹੈ ਨਾ। ਇੱਕ ਹੁੰਦਾ ਸਟਾਰ ਹੋ ਜਾਣਾ, ਇੱਕ ਹੁੰਦਾ ਸਟਾਰ ਸਮਝਣਾ ਆਪਣੇ ਆਪ ਨੂੰ, ਇੱਕ ਹੁੰਦਾ ਦਿਲੋਂ ਹੋ ਜਾਣਾ। ਉਹ ਦਿਲੋਂ ਹੀ ਸਟਾਰ ਹੋ ਚੁੱਕਾ ਹੈ ਵੀ, ਮਤਲਬ ਉਹਨਾਂ ਉਹ ਜ਼ੋਨਰ ਤੋਂ ਬਾਹਰ ਹੈ ਵੀ ਮੈਨੂੰ ਕੋਈ ਸਮਝਦਾ ਸਟਾਰ ਜਾਂ ਨਹੀਂ ਸਮਝਦਾ, ਉਹਨਾਂ ਨੂੰ ਲੋੜ ਵੀ ਨਹੀਂ ਉਸ ਚੀਜ਼ ਦੀ ਹੁਣ। ਸੋ ਉਹ ਚੀਜ਼, ਉਹ ਕੌਨਫੀਡੈਂਸ, ਉਹ ਸਟਾਰਡਮ ਐਮੀ ਵਿਰਕ ਤੋਂ ਲੈ ਲੈਣਾ ਮੈਂ। ਸੋਨਮ। ਸੋਨਮ ਤੋਂ ਦ ਵੇ ਸ਼ੀ ਕੈਰੀਜ਼ ਹਰਸੈਲਫ। ਦੂਜੀ ਚੀਜ਼ ਡਿਸਿਪਲਿਨ ਬਹੁਤ ਹੈ ਸੋਨਮ, ਫਰੋਮ ਵਰਕਆਊਟ ਟੂ ਹਰਸੈਲਫ, ਜੋ ਆਪਣੇ ਆਪ 'ਤੇ ਕੰਮ ਬਹੁਤ ਕਰਦੀ ਸੋਨਮ। ਉਹ ਸਰਗੁਣ। ਸਰਗੁਣ ਤੋਂ ਖੁਸ਼ ਰਹਿਣਾ ਐਂਡ ਜਾਂ ਨੱਚਦੇ ਟੱਪਦੇ ਰਹਿਣਾ, ਖੁਸ਼ ਰਹਿਣਾ। ਬਿਲਕੁਲ। ਸੋ ਤਾਨੀਆ, ਅਗਰ ਗੱਲ ਕਰੀਏ ਫਿਲਮ ਦੀ, ਵਾਪਸ ਗੱਲ ਕਰ ਲੈਂਦੇ ਹਾਂ, ਕੋਈ ਇਹੋ ਜਿਹੀ ਮੂਮੈਂਟ ਫਿਲਮ ਦੇ ਟਾਈਮ, ਸ਼ੂਟਿੰਗ ਦੇ ਟਾਈਮ ਜੋ ਸਭ ਤੋਂ ਸਪੈਸ਼ਲ ਰਹੀ ਹੋਵੇ ਔਰ ਬਹੁਤ ਯਾਦ ਆਉਂਦੀ ਹੋਵੇ ਉਹ ਮੂਮੈਂਟ ਹਮੇਸ਼ਾ ਹੀ। ਮੈਨੂੰ ਇਹ ਫਿਲਮ ਸਾਰੀ ਬਹੁਤ ਖਾਸ ਹੈ ਜੀ। ਇਹਨੂੰ ਬਣੇ ਨੂੰ 1.5 ਪੌਣੇ 2 ਸਾਲ ਹੋ ਗਏ ਐਂਡ ਅੱਜ ਤੱਕ ਵੀ ਜੇ ਅਸੀਂ ਇਹਦੀ ਫਿਲਮ ਬਾਰੇ, ਇਸ ਫਿਲਮ ਬਾਰੇ ਸੋਚੀਏ ਤਾਂ ਸਾਰਾ ਕੁਝ ਇੱਦਾਂ ਸਾਹਮਣੇ ਕਲੀਅਰ ਹੈ ਜਿਵੇਂ ਹੁਣੇ 1.5 ਮਹੀਨਾ ਪਹਿਲੇ ਸ਼ੂਟ ਕੀਤਾ ਹੋਏ, ਇੱਦਾਂ ਮੈਮਰੀਜ਼ ਇਹਦੀਆਂ ਲਾਈਵ ਨੇ। ਸੋ ਮੈਨੂੰ ਤੇ ਉਹ ਟੀਮ ਤੇ ਫੈਮਿਲੀ ਵਾਲਾ ਜਿਹੜਾ ਐਟਮੋਸਫੇਅਰ ਹੈ ਉਹ ਨਹੀਂ ਭੁੱਲਦਾ। ਸਾਰੀਆਂ ਫਿਲਮਾਂ 'ਚ ਇਹ ਖਾਸੀਅਤ ਹੈ। ਮੈਂ ਤੁਹਾਨੂੰ ਦੱਸੂੰਗੀ, ਮੈਂ ਰੱਬ ਦਾ ਰੇਡੀਓ 2 ਕੀਤੀ ਸੀ, ਬਾਕੀਆਂ 'ਚ ਤਾਂ ਮੈਂ ਹੈ ਨਹੀਂ ਸੀ, ਪਰ ਮੈਂ 2 ਫਿਲਮਾਂ 'ਚ ਇੱਕ ਚੀਜ਼ ਨੋਟਿਸ ਕੀਤੀ ਕਿ ਸਾਰੇ ਆਰਟਿਸਟ ਪਰਿਵਾਰ ਵਾਂਗ ਸੈੱਟ 'ਤੇ ਬੈਠੇ ਹੁੰਦੇ, ਉੱਥੇ ਪ੍ਰੋਪਰ ਗੱਲਾਂ ਕਰ ਰਹੇ ਹੁੰਦੇ, ਸਾਰੇ ਖੁਸ਼ ਵੀ ਹੁੰਦੇ ਜਸ ਸਰ ਤੋਂ। ਫਿਰ ਸਰ ਵੀ ਵਿੱਚ ਬਹਿ ਕੇ ਪੁੱਛਣਗੇ ਇਹਨੂੰ ਕਿਵੇਂ ਕਰੀਏ, ਫਿਰ ਉਹ ਵੀ ਉੱਦਾਂ ਕਹਿਣਗੇ ਵੀਰੇ ਐਂ ਸੋਚਦੇ ਆ। ਸੋ ਉਹ ਜਿਹੜਾ ਉਹ ਫੈਮਿਲੀ ਵਾਲਾ ਐਟਮੋਸਫੇਅਰ ਉਹਨੂੰ ਤੁਸੀਂ ਹਰ ਫਿਲਮ 'ਤੇ ਐਕਸਪੈਕਟ ਨਹੀਂ ਕਰ ਸਕਦੇ। ਹਰ ਬੰਦਾ ਆਂਦਾ ਹਮਾਰੀ ਲਾਈਨਸ ਦੇ ਦਿਓ, ਕੋ ਐਕਟਰ ਨਾਲ ਲਾਈਨਾਂ ਮਾਰੀਆਂ ਚਲੇ ਗਏ, ਬਟ ਉਹ ਫੈਮਿਲੀ ਬਣਾ ਕੇ ਰੱਖਣ ਵਾਲਾ ਚੀਜ਼ ਮੈਂ ਜ਼ਿਆਦਾ ਇੰਜੋਏ ਕੀਤੀ। ਉਹ ਖਾਸੀਅਤ ਪੁੱਛੋ ਬਈ ਕਿ ਕਿਵੇਂ ਲਿਆਂਦੇ ਆ, ਦੱਸੋ। ਮੈਂ ਲੇਜ਼ੀ ਬੰਦਾ ਜੀ। ਲੇਜ਼ੀ ਕਿੱਥੇ, ਉਹ ਮਾਹੌਲ ਬਣਾ ਕੇ ਰੱਖਦੇ ਫਿਲਮ ਤੇ ਪੂਰਾ। ਦੇਖੋ ਦੋ ਹੀ ਗੱਲਾਂ ਨੇ, ਇੱਕ ਤਾਂ ਮੈਂ ਹੌਲੀ ਹੌਲੀ ਕੰਮ ਕਰਦਾ, ਬੰਦੇ ਆ ਜਾਂਦੇ ਨੇ ਇਵੈਂਟ 'ਚ ਬੈਠੇ ਰਹਿੰਦੇ ਨੇ, ਠੀਕ ਹੈ, ਬੈਠੇ ਰਹਿੰਦੇ ਨੇ, ਉੱਤੋਂ ਮੈਂ ਵੱਡੀਆਂ ਵੱਡੀਆਂ ਸਮਾਈਲਾਂ ਦਿੰਦਾ ਸਾਰਿਆਂ ਨੂੰ, ਉਹ ਫਿਰ ਮੈਨੂੰ ਸ਼ਿਕਾਇਤ ਵੀ ਨਹੀਂ ਕਰਦੇ, ਉਹ ਬਹਿ ਕੇ ਗੱਲਾਂ ਮਾਰਨ ਲੱਗ ਜਾਂਦੇ ਨੇ ਵੀ ਰਿਸ਼ੀ ਮੈਮ ਆ ਗਏ, ਮੈਂ ਕਹਿੰਦਾ ਮੈਮ ਬਹਿ ਜਾਓ ਬਸ 5 ਕੁ ਮਿੰਟ,
ਠੀਕ ਹੈ ਜੀ, ਮਲਕੀਤ ਰੌਣੀ ਆ ਗਏ, ਉਹ ਵਗੇ, ਜਾਨੂੰ ਤਾਨੀਆ ਆ ਗਈ, ਜਾਨੂੰ ਗੱਲਾਂ ਮਾਰਨ ਲੱਗ ਗਏ, ਸਾਡਾ ਕੰਮ ਹੋ ਜਾਂਦਾ। ਦੋ ਚਾਰ ਮੈਂ ਗਾਣੇ ਗੁਣੇ ਦੀਆਂ ਗੱਲਾਂ ਪੁੱਛ ਲੈਣਾ, ਇਹ ਗਾਣੇ ਗਾਉਣ ਲੱਗ ਜਾਂਦੇ ਨੇ, ਜਾਨੂੰ ਕੰਮ ਹੋ ਜਾਂਦਾ। ਗੋਲੀ ਪਾਉਂਦੇ ਹੋ ਮਤਲਬ ਅਸੀਂ ਐਵੇਂ ਪਰਿਵਾਰ ਵਾਲਾ ਮਾਹੌਲ ਕਰੀ ਜਾਂਦੇ ਹਾਂ। ਮੇਰਾ ਮਨ ਮੈਨੂੰ ਗੋਲੀ ਪਾਉਂਦਾ। ਮੈਂ ਜਦੋਂ ਮੈਨੂੰ ਲੱਗਦਾ ਮੈਂ ਲੇਟ ਹੋ ਗਿਆ, ਉਦੋਂ ਮੇਰੇ ਅੰਦਰ ਯਾਰ ਕਈ ਵਾਰ ਐਂ ਹੁੰਦਾ ਕਿ ਜਦੋਂ ਮੇਰੇ ਅਸਿਸਟੈਂਟ ਆ ਕੇ ਐਨ ਕਹਿਣਗੇ ਵੀ ਬਾਈ ਆਪਾਂ ਤਾਂ ਫਸ ਗਏ, ਉਦੋਂ ਮੇਰਾ ਗਾਣਾ ਗਾਉਣ ਨੂੰ ਜੀ ਕਰਿਆ ਹੁੰਦਾ। ਮੇਰਾ ਮਨ ਮੈਨੂੰ ਗੋਲੀ ਪਾਉਂਦਾ ਕਦੇ ਕਦੇ, ਤੇ ਉਹ ਗੋਲੀ ਮੈਂ ਅੱਗੇ ਪਾ ਦੇਣਾ। ਬੇਸਿਕਲੀ ਅਸੀਂ ਹੱਸਦੇ ਖੇਡਦੇ ਜੇ, ਹਾਂ ਗਾਉਂਦੇ ਹੱਸਦੇ ਖੇਡਦੇ ਕੰਮ ਕਰ ਲੈਂਦੇ ਹਾਂ। ਸੋ ਸੈੱਟ ਤੇ ਅਗਰ ਗੱਲ ਕਰ ਲਈਏ, ਸਾਰੇ ਆਰਟਿਸਟ ਕੋਈ ਨਾ ਕੋਈ ਤਾਂ ਹਮੇਸ਼ਾ ਪਰੇਸ਼ਾਨ ਕਰਦਾ ਹੁੰਦਾ, ਮਤਲਬ ਮਸਤੀ 'ਚ ਕਰਨਾ ਜਾਂ ਤੰਗ ਕਰਨਾ ਮਸਤੀ 'ਚ। ਸੋ ਸਾਰਿਆਂ 'ਚੋਂ ਕੌਣ ਹੁੰਦਾ ਸੀ? ਤਾਨੀਆ ਦੀ ਗੱਲ ਕਰ ਲਈਏ, ਐਮੀ ਦੀ ਗੱਲ ਕਰ ਲਈਏ, ਕੌਣ ਹੁੰਦਾ ਸੀ ਜਿਹੜਾ ਤੰਗ ਕਰਦਾ? ਤਿੰਨਾਂ 'ਚੋਂ ਤੇ ਕਿਸੇ ਨੇ, ਨਾ ਮੈਂ ਨਾ ਨੂਰ ਨੇ ਨਾ ਐਮੀ ਨੇ, ਸਾਡੇ ਤਿੰਨਾਂ 'ਚੋਂ ਤੇ ਕਿਸੇ ਨੇ ਨਹੀਂ ਕੀਤਾ। ਏਡੀ ਉਡੀ ਨਹੀਂ ਕੀਤਾ ਹੋਏਗਾ ਸਾਨੂੰ। ਡਾਇਰੈਕਟਰ ਨਾਲ ਤਾਂ ਮਸਤੀ ਕੋਈ ਵੀ ਨਹੀਂ ਕਰਦਾ ਯਾਰ। ਮਤਲਬ ਇਹ ਕੋਈ ਐਂ ਥੋੜੀ ਹੈ, ਕੋਈ ਵਿਆਹ ਥੋੜੀ ਚੱਲ ਰਿਹਾ ਵੀ ਜਿਵੇਂ ਡਾਇਰੈਕਟਰ ਨਾਲ ਕੋਈ ਮਸਤੀ ਕਰ। ਡਾਇਰੈਕਟਰ ਨਾਲ ਮਸਤੀ ਕੋਈ ਨਹੀਂ ਕਰਦਾ, ਸਗੋਂ ਡਾਇਰੈਕਟਰ ਦੀ ਇੱਕ ਇੱਜ਼ਤ ਹੁੰਦੀ ਆ। ਡਾਇਰੈਕਟਰ ਦੀ ਇੱਜ਼ਤ ਆਪਣੀ ਇੰਡਸਟਰੀ 'ਚ ਚੰਗੀ ਗੱਲ ਆ, ਬਹੁਤ ਸੋਹਣੀ ਆ। ਮੈਨੂੰ ਯਾਦ ਆ ਇੱਕ ਸੀਨੀਅਰ ਆਰਟਿਸਟ ਨੇ, ਉਹਨਾਂ ਨੇ ਮੇਰੇ ਕੋਲ ਬੈਠੇ ਸੀਗੇ, ਚੱਲ ਰਿਹਾ ਸੀ ਕੰਮ, ਤੇ ਫਿਰ ਉਹਨਾਂ ਨੇ ਪੁੱਛਿਆ ਕਿ ਮੈਂ ਵਿਹਲਾ? ਮੈਂ ਕਿਹਾ ਹਾਂਜੀ ਭਾਜੀ ਤੁਹਾਡਾ ਕੰਮ ਹੋ ਗਿਆ, ਤੁਸੀਂ ਹੁਣ ਕੱਲ੍ਹ ਮਿਲਦੇ ਹਾਂ। ਜਾਣ ਲੱਗੇ ਉਹਨਾਂ ਨੇ ਮੇਰੇ ਗੋਡੇ ਹੱਥ ਲਾਤੇ। ਮੈਂ ਕਿਹਾ ਭਾਜੀ ਤੁਸੀਂ ਕਰੀ ਤੁਸੀਂ ਮੇਰੇ ਤੋਂ ਉਮਰ 'ਚ ਕਿੰਨੇ ਵੱਡੇ ਹੋ? ਕਹਿੰਦੇ ਬਾਹਰ ਆ ਕੇ ਤੂੰ ਮੇਰੇ ਲਾ ਦੀ, ਪਰ ਇੱਥੇ ਤੂੰ ਮੇਰਾ ਸੀਨੀਅਰ ਆ। ਸੋ ਡਾਇਰੈਕਟਰ ਨਾਲ ਐਂ ਕੋਈ ਮਸਤੀ ਨਹੀਂ ਕਰਦਾ, ਕੋਈ ਵੀ ਨਹੀਂ ਕਰਦਾ। ਸੋ ਸਗੋਂ ਸਾਰੇ ਕੋਆਪਰੇਟ ਕਰਦੇ। ਸੈੱਟ ਵਾਲੇ ਸਰ ਨਾਲ ਬਹੁਤ ਮਸਤੀ ਕਰਦੇ। ਛੋਟੇ ਛੋਟੇ ਬੱਚੇ ਹੁੰਦੇ ਨੇ, ਇਹ ਬਹੁਤ ਮਸਤੀ ਕਰਦੇ ਨੇ। सर लिख रहे होंगे, सर हमारी लाइन दे दो सर। सर अलग अलग दुनिया च है, कुछ सोच रहे हैं, कुछ सीन क्रिएट कर रहे हैं, बच्चे जाके ना सर हमारी लाइन दे दो। बच्चे ने मम्मियाँ भी कई बार आए हमारे बेटे की लाइन। मैं कहा जी आप उधर इनको उधर बिठाओ, इनको चाय वाय पिलाओ। मैं कहा जी बताता हूँ, मेरी तो हीरोइन की अभी कोई लाइन नहीं बनी, आपके बेटे कई बार इम्प्रोवाइज कर रहे होने ना चीज़ां। ਅੱਛਾ, ਜਦੋਂ ਨਿਆਣੇ ਲੱਭਦੇ ਨਹੀਂ ਸੀ, ਪਤਾ ਹੁੰਦਾ ਸੀ ਕਿ ਤਾਨੇ ਦੀ ਵੈਂਚ ਹੋਣਗੇ। हाँ मेरे वैन च ना खान पीन ਨੂੰ बहुत समान ਪਿਆ ਹੁੰਦਾ, ਪਿਆਰ ਪਿਓਰ ਤੇ क्या है, बच्चे आपे ही आ ਜਾਂਦੇ कि इधर से खाने को मिलेगा। ਜਿਵੇਂ ਹੁਣ ਜੇ ਮੈਂ ਫਰਜ਼ ਕਰ ਲਓ, ਹੀਟਰ ਲੱਗਾ ਹੁੰਦਾ ਸੀ ਉੱਥੇ, ਹਾਂ ਕੀ ਵੈਨ ਤੇ ਖਾਣਾ ਪੀਣਾ। ਗੁੱਗੂ ਭਾਜੀ ਨੂੰ ਡਾਇਲੋਗ ਦੇਣੇ ਨੇ ਹਨਾ, ਤੇ ਸੈੱਟ ਲੱਗ ਰਿਹਾ। ਮੈਂ ਕਹਿੰਦਾ ਉਹ ਬੰਦਾ ਕਹਿੰਦਾ ਲਾਈਟਸ ਲਾ ਰਹੇ ਆ ਜੀ। ਅੱਛਾ ਸਰ ਆਧਾ ਘੰਟਾ ਲੱਗੇਗਾ, ਲਾਈਟਸ ਲੱਗ ਰਹੀਆਂ। ਅੱਛਾ ਮੈਂ ਕਹਿੰਦਾ ਜੀ ਜਿੰਮੀ ਮੇਰਾ ਐਸੋਸੀਏਟ ਸੀ, ਜਿੰਮੀ ਚੱਲ ਆ ਯਾਰ ਆਪਾਂ ਨਜ਼ਰ ਆਰਟਿਸਟ ਨੂੰ ਡਾਇਲੋਗ ਕਰਾ ਕੇ ਆਉਂਦੇ ਹਾਂ। ਉਹ ਕਹਿੰਦਾ ਜੀ ਭਾਜੀ ਉਹ ਰਿਸ਼ੀ ਮੈਮ ਦੀ ਵੈਨਿਟੀ ਆ, ਉਹ ਗੁੱਗੂ ਭਾਜੀ ਦੀ ਵੈਨਿਟੀ ਆ, ਤੁਰੇ ਜਾ ਰਹੇ ਆ। ਤੇ ਸਾਈਡ ਤੇ ਦੇਖਿਆ ਉੱਥੇ ਤਾਨੀਆ ਲਿਖੇ ਸੀ, ਆਹ ਤਾਨੀਆ ਦੀ ਵੈਨਿਟੀ ਆ। ਹਾਂ ਬਾਂਸਰ ਨੂੰ ਖੁਲਵਾਇਓ, ਹੈਲੋ ਤਾਨੀਆ। ਇਹਦੀ ਵੈਨਿਟੀ ਜੀ ਰੌਣਕ ਜੀ ਲੱਗੀ ਹੁੰਦੀ ਸੀ ਹਨਾ, ਐਂ ਕਰਕੇ ਚਲੇ ਜਾਣਾ। ਠੀਕ ਹੈ, ਫਿਰ ਆਪਦੇ ਕੰਮ ਲੱਗ ਜਾਣਾ। ਸੋ ਇਹ ਵਧੀਆ ਜੀ ਜਿਹਾ ਲਵਾ ਕੇ ਰੱਖਿਆ। ਆਪਣੀ ਆਪਣੀ ਵੈਨਿਟੀ 'ਚ ਸਾਰੇ ਘੱਟ ਹੀ ਰਹੇ, ਤਾਨੀਆ ਦੀ ਵੈਨਿਟੀ 'ਚ ਰਹੇ ਨੇ ਸਾਰੇ। ਬੱਚੇ ਤਾਂ ਮੇਰੀ ਵੈਨ 'ਚ ਰਹਿੰਦੇ, ਉਹ ਹਰ ਸ਼ੂਟ ਤੇ ਹੀ ਜੇ ਕੋਈ ਬੱਚਾ ਆਇਆ ਹੋਇਆ ਤਾਂ ਮੇਰੀ ਵੈਨ 'ਚ ਮਿਲੇਗਾ, ਕਿਉਂਕਿ ਹਾਂ ਮੈਂ ਕਾਰਟੂਨ ਲਾ ਕੇ ਦਿੱਤੇ ਹੁੰਦੇ ਉਹਨਾਂ ਨੂੰ। ਮੈਨੂੰ ਬਹੁਤ ਵਧੀਆ ਲੱਗਦਾ ਵੀ ਆਸ-ਪਾਸ ਰੌਲਾ ਜਿਹਾ ਪੈਂਦਾ ਰਹੇ। ਅੱਗੇ ਮੈਨੂੰ ਸਾਰੇ ਕਹਿੰਦੇ ਵੀ ਜਿਸ ਦਿਨ ਤੇਰਾ ਆਪਣਾ ਹੋ ਗਿਆ ਨਾ ਤੈਨੂੰ ਉਸ ਦਿਨ ਪਤਾ ਲੱਗੂਗਾ, ਇਹ 2 ਮਿੰਟ ਦੇ ਰੌਲੇ ਵਧੀਆ। ਮੈਨੂੰ ਵਧੀਆ ਲੱਗਦੇ ਜਵਾਕ ਬਹੁਤ। ਓਕੇ, ਸੋ ਤਾਨੀਆ ਫਿਲਮ ਦੀ ਗੱਲ ਕਰੀਏ, ਫਿਲਮ ਰਿਲੀਜ਼ ਹੋਣ ਵਾਲੀ ਹੈ, ਇੱਕ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਚਾਹੂੰਗੀ ਵੀ ਸਾਡੇ ਡਾਇਰੈਕਟਰ ਸਰ ਕਹਿਣ ਦਰਸ਼ਕਾਂ ਨੂੰ, ਬਿਕੋਜ਼ ਸਾਡੇ ਸਾਰਿਆਂ ਨਾਲੋਂ ਵੱਧ ਫਿਲਮ ਉਹਨਾਂ ਦੀ ਹੈ। ਸੋ ਆਈ ਥਿੰਕ ਸਰ ਦਾ ਹੱਕ ਹੈ ਕਹਿਣਾ। ਦਰਸ਼ਕਾਂ ਨੂੰ ਕਿਸ ਬਾਰੇ? ਫਿਲਮ ਦੇ ਬਾਰੇ, ਕਿ ਸਾਡੀ ਫਿਲਮ ਕਿਵੇਂ ਦੀ ਆ। ਇੱਕ ਤਾਂ ਸਾਡੀ ਫਿਲਮ ਦੇਖਣ ਜ਼ਰੂਰ ਆਓ ਜੀ, ਕਿਉਂਕਿ ਜੇ ਤੁਸੀਂ ਨਾ ਚੰਗੀਆਂ, ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਤੇ ਸਿਨੇਮਾ ਪਿਆਰੀਆਂ ਵਾਈਬਸ ਵਾਲੇ ਸਿਨੇਮਾ ਨੂੰ ਪਸੰਦ ਕਰਦੇ ਹੋ, ਚਾਹੁੰਦੇ ਹੋ ਕਿ ਬਣੇ ਤੇ ਪੰਜਾਬ ਦਾ ਸੋਹਣਾ ਕਲਚਰ ਦੇਖੇ, ਤਾਂ ਸਾਡੀ ਫਿਲਮ ਦੇਖਣ ਆਓ, ਸਾਨੂੰ ਸਪੋਰਟ ਕਰੋ। ਕਿਉਂਕਿ ਤੁਸੀਂ ਆਓਗੇ, ਸਾਡੀ ਫਿਲਮ ਵੱਡੀ ਹੋਊਗੀ ਤੇ ਕੱਲ੍ਹ ਨੂੰ ਹੋਰ ਲੋਕ ਵੀ ਇਹੋ ਜਿਹੀਆਂ ਫਿਲਮਾਂ ਬਣਾਉਣਗੇ, ਅਸੀਂ ਵੀ ਉਤਸ਼ਾਹਿਤ ਹੋਵਾਂਗੇ ਹੋਰ ਫਿਲਮਾਂ ਬਣਾਉਣ ਲਈ। ਦੂਜੀ ਗੱਲ, ਸਾਡੀ ਫਿਲਮ 'ਚ ਮੈਸੇਜ ਬਹੁਤ ਸੋਹਣੇ ਨੇ। ਇੱਕ ਤਾਂ ਇਹ ਮੈਸੇਜ ਆ ਕਿ ਮਿਊਜ਼ਿਕ ਦੁਨੀਆ ਦੀ ਸ਼ਾਇਦ ਸਭ ਤੋਂ ਖੂਬਸੂਰਤ ਚੀਜ਼ ਆ, ਸ਼ਾਇਦ ਮਿਊਜ਼ਿਕ ਹੀ ਆ ਜੋ ਪਰਮਾਤਮਾ ਤੱਕ ਲੈ ਕੇ ਜਾਂਦਾ। ਸੋ ਤੁਸੀਂ ਮਿਊਜ਼ਿਕ ਦੇ ਦੀਵਾਨਿਆਂ ਦੀ ਇਹ ਫਿਲਮ ਆ, ਅਤੇ ਉਹ ਦੇਖੋ ਅਤੇ ਕਿਵੇਂ ਆਪਣੇ ਸੁਪਨੇ ਕਿਵੇਂ ਤੁਹਾਨੂੰ ਜ਼ਿੰਦਗੀ 'ਚ ਲੈ ਕੇ ਜਾਂਦੇ ਨੇ। ਕਿਵੇਂ ਸੁਪਨਿਆਂ ਨੂੰ ਪਾਲਣ ਵਾਲੇ ਬੰਦੇ ਬੜੇ ਸੈਂਸਿਟਿਵ ਵੀ ਹੁੰਦੇ ਨੇ, ਪਰ ਕਿਵੇਂ ਰੱਬ ਉਹਨਾਂ ਦੀ ਮਦਦ ਵੀ ਕਰਦਾ, ਉਹਦੇ ਬਾਰੇ ਫਿਲਮ ਆ, ਜ਼ਰੂਰ ਦੇਖਣੀ ਚਾਹੀਦੀ ਹੈ। ਬਿਲਕੁਲ, ਸਾਰੇ ਪਹੁੰਚੋ, ਫਿਲਮ ਰਿਲੀਜ਼ ਹੋਵੇਗੀ। ਦੇਖ ਸਕਦੇ ਹੋ ਤੁਸੀਂ ਕਿ 15 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ। ਤੁਸੀਂ ਸਾਰੇ ਜਾਇਓ, ਫਿਲਮ ਦੇਖਿਓ ਔਰ ਦੱਸਿਓ ਜ਼ਰੂਰ ਕਿ ਫਿਲਮ ਕਿਸ ਤਰ੍ਹਾਂ ਦੀ ਲੱਗੀ ਹੈ। ਆਪਣੇ ਕੀਮਤੀ ਰਿਵਿਊ ਜ਼ਰੂਰ ਦਿਓ, ਕਿਉਂਕਿ ਬਹੁਤ ਸੋਹਣੇ ਟੌਪਿਕ 'ਤੇ ਫਿਲਮ ਬਣਾਈ ਗਈ ਹੈ, ਬਾਜੇ ਦਾ ਸਿੱਟਾ, ਜਿਸ ਦੇ ਵਿੱਚ
ਕਈ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜੋ ਇਸ ਟਾਈਮ 'ਚ ਅਸੀਂ ਨਹੀਂ ਦੇਖੀਆਂ, ਜੋ ਹਰ ਕਿਸੇ ਨੂੰ ਇੱਕ ਵੱਖਰੇ ਫੀਲ ਵਿੱਚ ਲੈ ਕੇ ਜਾਣਗੀਆਂ। ਸੋ ਤੁਸੀਂ ਸਾਰੇ ਜਾਣੇ ਪਹੁੰਚੋ ਸਿਨੇਮਾ ਘਰਾਂ ਦੇ ਵਿੱਚ 15 ਤਰੀਕ ਨੂੰ, ਤੇ ਦੱਸਿਓ ਕਿ ਤੁਹਾਨੂੰ ਫਿਲਮ ਕਿਸ ਤਰ੍ਹਾਂ ਦੀ ਲੱਗੀ ਹੈ।